ਪਿਛਲੇ 60-70 ਸਾਲਾਂ ਤੋਂ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਤੇ ਇਹਨਾਂ ਦੀ ਅਕਾਲੀ ਤੇ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਸਾਨੂੰ ਇਹਨਾਂ ਨੇ ਲੁੱਟਿਆ ਹੈ। ਤੁਸੀਂ ਕਿਸੇ ਵੀ ਸੈਕਟਰ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ, ਉਹ ਸੈਕਟਰ ਸਾਰਾ ਇਹਨਾਂ ਨੇ ਬਰਬਾਦ ਕਰ ਦਿੱਤਾ। ਭਾਵੇਂ ਸਾਡੇ ਯੂਥ ਨੇ, ਭਾਵੇਂ ਸਾਡੀ ਇੰਡਸਟਰੀ ਹੈ। ਇੰਡਸਟਰੀ ਦੇਖੋ ਤੁਸੀਂ, ਮਾਨਸਾ ਬਠਿੰਡੇ ਦੇ ਵਿੱਚ ਕੋਈ ਇੰਡਸਟਰੀ ਦੱਸੋ ਵੀ ਕਿਹੜੀ ਇੰਡਸਟਰੀ ਆਈ ਹੈ? ਸ਼ੂਗਰ ਮਿਲ ਹੁੰਦੀ ਸੀ, ਉਹ ਵੀ ਇਹਨਾਂ ਨੇ ਉੱਥੋਂ ਉਜਾੜ ਦਿੱਤੀ ਹੈ। ਤਾਂ ਜਦੋਂ ਅਕਾਲੀ ਦੀ ਸਰਕਾਰ ਰਹੀ ਹੈ, ਹਾਲਾਂਕਿ ਭਾਈਵਾਲੀ ਹੁਣ ਟੁੱਟੀ ਹੈ, ਉਦੋਂ ਬੀਜੇਪੀ ਵੀ ਭਾਈਵਾਲ ਸੀ ਇਹਦੀ, ਤਾਂ ਇਹ ਬੀਜੇਪੀ ਦਾ ਵੀ ਵਿੱਚ ਰੋਲ ਬਰਾਬਰ ਦਾ ਹੀ ਹੈ ਨਾ? ਨਹੀਂ ਤਾਂ ਇੱਥੇ ਤੁਸੀਂ ਆਪਣੀ ਪਾਰਟੀ ਦਾ ਬਚਾ ਕੇ ਨਹੀਂ। ਤੇ ਲੋਕ ਤਾਂ ਇਸ ਤੱਕ ਵੀ ਕਹਿ ਰਹੇ ਨੇ ਕਿ ਹੁਣ ਤੱਕ ਜਿਹੜੀ ਸਰਕਾਰ ਰਹੀ ਹੈ ਪੰਜਾਬ 'ਚ ਕਾਂਗਰਸ ਦੀ ਨਹੀਂ ਰਹੀ ਬਲਕਿ ਬੀਜੇਪੀ ਦੀ ਰਹੀ ਹੈ, ਕਿਉਂਕਿ ਕੈਪਟਨ ਨੇ ਬੀਜੇਪੀ ਦੇ ਨਾਲ ਅੰਦਰੂਨੀ ਸਮਝੌਤਾ ਕਰਕੇ ਸਰਕਾਰ ਚਲਾਈ। ਨਹੀਂ। ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ ਮੈਂ ਹਾਂ ਹਰਦੇਵ ਕਮਲ। ਦੋਸਤੋ 2022 ਦੀਆਂ ਚੋਣਾਂ ਦੇ ਮੱਦੇ-ਨਜ਼ਰ ਮਾਹੌਲ ਭਖਦਾ ਜਾ ਰਿਹਾ ਹੈ, ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਇਸ ਪ੍ਰਤੀ ਰੁਝਾਨ ਇੰਟਰਸਟ ਵਧਦਾ ਜਾ ਰਿਹਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਆਖਿਰ 2022 ਚ ਕਿਸ ਦੀ ਬਣੂ ਸਰਕਾਰ ਤੇ ਕਿਸ ਦੀ ਬਣੂ ਸਰਕਾਰ। ਇਸ ਸਵਾਲ ਨੂੰ ਲੈ ਕੇ ਅਸੀਂ ਵੀ ਜਾਵਾਂਗੇ ਲੋਕਾਂ ਦੇ ਵਿੱਚ ਔਰ ਉਹਨਾਂ ਉਮੀਦਵਾਰਾਂ ਦੇ ਵਿੱਚ ਜਿਹੜੇ ਕਿ ਇਹਨਾਂ ਵੋਟਾਂ ਦੇ ਵਿੱਚ ਖੜੇ ਹੋਣਗੇ ਤੇ ਅਸੀਂ ਪੜਚੋਲ ਕਰਾਂਗੇ ਜੀ ਆਪਣੇ ਏਰੀਏ ਦੀ, ਆਪਣੇ ਹਲਕੇ ਦੀ, ਆਪਣੇ ਇਲਾਕੇ ਦੀ। ਤਾਂ ਇਸੇ ਤਹਿਤ ਅਸੀਂ ਇੱਕ ਨਵਾਂ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਜੀ, ਕਿਸ ਦੀ ਬਣੂ ਸਰਕਾਰ। ਔਰ ਇਸੇ ਤਹਿਤ ਅੱਜ ਮੇਰੇ ਨਾਲ ਸਟੂਡੀਓ 'ਚ ਨੇ ਜੀ ਰਾਕੇਸ਼ ਕੁਮਾਰ ਜੀ, ਜਿਹੜੇ ਕਿ ਬੀਜੇਪੀ ਦੇ ਸੰਭਾਵੀ ਉਮੀਦਵਾਰਾਂ ਦੇ ਵਿੱਚ ਇੱਕ ਨੇ। ਇਹ ਵੀ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਨੇ ਬੀਜੇਪੀ ਦੀ ਟਿਕਟ ਲਈ। ਤਾਂ ਰਾਕੇਸ਼ ਜੀ, ਤੁਹਾਡਾ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਹਰਦੇਵ ਜੀ, ਤੁਹਾਨੂੰ ਮੈਨੂੰ ਇੱਥੇ ਸੱਦਿਆ ਤੇ ਸਾਰੇ ਬੁਢਲਾਡੇ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮਾ ਦਿਵਸ ਦੀਆਂ ਤੇ ਗੁਰਪੁਰਬ ਦੀਆਂ ਬਹੁਤ ਲੱਖ ਵਧਾਈਆਂ ਜੀ। ਅੱਛਾ ਰਾਕੇਸ਼ ਜੀ, ਪਹਿਲਾ ਸਵਾਲ ਇਹੀ ਕਿ ਤੁਸੀਂ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਹੋ, ਬੀਜੇਪੀ, ਔਰ ਬੀਜੇਪੀ ਅੱਜ ਦੀ ਕਿਹੜੀ ਸੁਰਖੀਆਂ ਦੇ ਵਿੱਚ ਹੈ ਕਾਲੇ ਕਾਨੂੰਨਾਂ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ ਆਪਾਂ ਕਹਿ ਲਈਏ। ਹਾਲਾਂਕਿ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਹੈ ਕਿਉਂਕਿ ਕਿਸਾਨ ਪਿਛਲੇ ਲਗਭਗ 1 ਸਾਲ ਤੋਂ ਧਰਨੇ ਤੇ ਬੈਠੇ ਹੋਏ ਨੇ ਦਿੱਲੀ ਦੀਆਂ ਬਰੂਹਾਂ ਤੇ, ਔਰ ਪੂਰਾ ਪੰਜਾਬ ਔਰ ਇਸ ਤੋਂ ਕਹਿ ਸਕਦੇ ਹਾਂ ਕਿ ਪੀੜਿਤ ਹੈ ਕਿਉਂਕਿ ਪੂਰੇ ਪੰਜਾਬ ਦੀ ਅਰਥ ਵਿਵਸਥਾ ਵੀ ਡਗਮਗਾਈ ਹੋਈ ਹੈ, ਤੁਹਾਨੂੰ ਪਤਾ ਹੈ। ਔਰ ਬੀਜੇਪੀ ਦੀ ਸਰਕਾਰ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਮੰਨ ਨਹੀਂ ਰਹੀ। ਤਾਂ ਲੋਕ ਬੀਜੇਪੀ ਦੀ ਸਰਕਾਰ ਦਾ ਵੀ ਵਿਰੋਧ ਕਰ ਰਹੇ ਨੇ, ਬੀਜੇਪੀ ਦੇ ਜੋ ਸੰਭਾਵੀ ਉਮੀਦਵਾਰ ਨੇ ਜਾਂ ਬੀਜੇਪੀ ਦੇ ਵਰਕਰ ਨੇ ਜਾਂ ਬੀਜੇਪੀ ਦੇ ਜੋ ਅਹੁਦੇਦਾਰ ਨੇ ਉਹਨਾਂ ਦਾ ਹੀ ਵਿਰੋਧ ਕਰ ਰਹੇ ਨੇ, ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਲੱਗ ਰਹੇ ਨੇ। ਤੇ ਇਸ ਦੇ ਚਲਦਿਆਂ ਤੁਸੀਂ ਬੀਜੇਪੀ ਦੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਦਰਪੇਸ਼ ਹੋ ਸਕਦੀਆਂ ਨੇ? ਸਭ ਤੋਂ ਪਹਿਲਾਂ ਹਰਦੇਵ ਜੀ, ਜਿਹੜਾ ਕਿਸਾਨਾਂ ਦਾ ਜਿਹੜਾ ਤੁਸੀਂ ਮਸਲਾ ਪਹਿਲਾਂ ਉਠਾਇਆ ਮੇਰੇ ਨਾਲ, ਉਹ ਸਾਡੇ ਭਰਾ ਨੇ ਤੇ ਸਾਡੀ ਜਿਹੜੀ ਇਕਨੋਮਿਕ ਪਾਲਿਸੀ ਹੈਗੀ ਆ ਉਹਦਾ ਇੱਕ ਪਿਲਰ ਨੇ। ਤੇ ਕਿਉਂਕਿ ਜਿਹੜੀ ਮਾਲਵਾ ਜ਼ੋਨ ਦੀ ਬੈਲਟ ਹੈ ਜਾਂ ਟੋਟਲ ਪੰਜਾਬ ਹੈ, ਉਹ 65% ਜਿਹੜਾ ਹੈਗਾ ਉਹ ਐਗਰੀਕਲਚਰ ਦੇ ਅੰਡਰ ਆਉਂਦਾ ਹੈਗਾ। ਬਿਲਕੁਲ। ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਪੰਜਾਬ ਦੀਆਂ, ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਜਿਹੜਾ ਕਿ ਉਸ ਟਾਈਮ ਕਿਸਾਨਾਂ ਦੀਆਂ ਸੁਸਾਈਡਸ ਵੀ ਬਹੁਤ ਹੋਈਆਂ ਨੇ ਤੇ ਉਹਨਾਂ ਦੇ ਕਾਰਨ ਮੋਦੀ ਸਾਹਿਬ ਨੇ ਕੁਛ ਇਹ ਕਾਨੂੰਨ ਬਣਾਏ ਸੀਗੇ ਤੇ ਕੈਂਸਰ ਬੈਲਟ ਬਣਦੀ ਜਾ ਰਹੀ ਹੈ। ਪਰੰਤੂ ਮੇਰੇ ਕਿਸਾਨ ਭਰਾਵਾਂ ਨੂੰ, ਮੇਰੇ ਵੀਰਾਂ ਨੂੰ, ਉਹ ਚਲੋ ਜਾਂ ਉਹਨਾਂ ਬਜ਼ੁਰਗਾਂ ਨੂੰ ਨਹੀਂ ਪਤਾ, ਆਪਾਂ ਨਹੀਂ ਕਮਿਊਨੀਕੇਸ਼ਨ ਨਹੀਂ ਹੋ ਪਾਈ ਜਾਂ ਉਹ ਨਹੀਂ ਸਮਝ ਪਾਏ ਤੇ ਉਸ ਲਈ ਵੀ ਅਸੀਂ ਜਿਹੜਾ ਹੈ ਮਤਲਬ ਬੈਕ ਚੈਨਲ ਸਾਡੀ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਤੇ ਲਗਭਗ ਮੈਨੂੰ ਲੱਗਦਾ ਹੈ ਕਿ ਉਹ ਜਲਦੀ ਤੋਂ ਜਲਦੀ ਇਹ ਜਿਹੜਾ ਹੈ ਮਸਲਾ ਹੱਲ ਕਰ ਲਿਆ ਜਾਵੇਗਾ। ਤੇ ਕਿਉਂਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਹਮੇਸ਼ਾ ਇਸ ਗੱਲ ਦੀ ਸੋਚ ਦਾ ਏਜੰਡਾ ਲੈ ਕੇ ਚੱਲਦੀ ਰਹੀ ਹੈ ਕਿ ਵੀ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਇਹਨਾਂ ਦੀ ਆਮਦਨ ਦਾ ਸਾਧਨ ਜਿਹੜਾ ਹੈ ਉਹ ਵਧਾਇਆ ਜਾ ਸਕਦਾ, ਕਿਵੇਂ ਵਧਾਇਆ ਜਾ ਸਕਦਾ। ਇਸ ਕਰਕੇ ਸ਼ਾਇਦ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਵੀ ਕੁਝ ਕਮੀਆਂ ਰਹਿ ਗਈਆਂ ਹੁਣ, ਜਾਂ ਉਹਨਾਂ ਨੂੰ ਨਹੀਂ ਸਮਝ ਆਈਆਂ, ਪਰ ਉਹ ਗੱਲਾਂ ਵੀ ਅਸੀਂ ਹੁਣ ਜਲਦੀ ਉਹਨਾਂ ਦੇ ਨਾਲ ਬੈਠ ਕੇ ਵਿਚਾਂਦਰਾ ਕਰਕੇ ਉਹ ਹੱਲ ਕਰ ਲਵਾਂਗੇ ਤੇ ਉਹਨਾਂ ਨੂੰ ਅਸੀਂ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਲੈ ਕੇ ਆਵਾਂਗੇ। ਸਾਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਦਰਦ ਆ ਤੇ ਵੀ ਉਹ ਬੈਠੇ ਹੈ, ਪਰੰਤੂ ਇਸ ਸਮੱਸਿਆ ਦਾ ਜਲਦੀ ਹੀ ਹੱਲ ਹੋਵੇਗਾ। ਜੀ, ਤੁਹਾਨੂੰ ਲੱਗਦਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਹੋ ਜਾਏਗਾ? ਅੱਛਾ, ਅਗਰ ਇਹ ਸਮੱਸਿਆ ਦਾ ਹੱਲ ਵੋਟਾਂ ਤੋਂ ਪਹਿਲਾਂ ਨਹੀਂ ਹੁੰਦਾ, ਫਿਰ ਤੁਹਾਨੂੰ ਕੀ ਲੱਗਦਾ ਕਿ ਲੋਕ ਬੀਜੇਪੀ ਨੂੰ ਕਿਸ ਹੱਦ ਤੱਕ ਜਿਹੜਾ ਹੈ ਉਹ ਪਸੰਦ ਕਰਨਗੇ ਜਾਂ ਵੋਟ ਕਰਨਗੇ ਜਾਂ ਵੋਟਾਂ ਦੇ ਵਿੱਚ ਖੜੇ ਹੋਣ ਦੀ ਇਜਾਜ਼ਤ ਦੇਣ? ਕਿਉਂਕਿ ਹੁਣ ਤੱਕ ਤਾਂ ਗੱਲ ਇਹ ਕਹੀ ਜਾ ਰਹੀ ਹੈ ਕਿ ਬੀਜੇਪੀ ਦਾ ਕੋਈ ਵੀ ਉਮੀਦਵਾਰ ਖੜਾ ਹੋਏਗਾ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਏਗਾ, ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਏਗਾ, ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਅਗਰ
ਨਹੀਂ ਹੁੰਦਾ ਫਰਜ਼ ਕਰੋ ਨਹੀਂ ਦੇਖੋ ਗੱਲ ਇਹ ਮੈਂ ਤਾਂ ਦੇਖੋ ਸਾਡੀ ਜਿਹੜੀ ਬੀਜੇਪੀ ਦੀ ਪੋਲਿਟਿਕਸ ਹੈ ਜਾਂ ਬੀਜੇਪੀ ਦਾ ਏਜੰਡਾ ਕਦੇ ਵੀ ਪੋਜ਼ਿਟਿਵਿਟੀ ਰਹਿੰਦੀ ਹੈ ਸਾਡੇ, ਨੈਗੇਟਿਵਿਜ਼ਮ ਤਾਂ ਸਾਡੇ ਰਹੀ ਨਹੀਂ, ਕਿਉਂਕਿ ਅਸੀਂ ਵੋਟ ਬੈਂਕ ਦੀ ਰਾਜਨੀਤੀ ਨਾਲ ਅਸੀਂ ਸੂਬੇ ਦੀ ਵਿਕਾਸ ਲਈ, ਦੇਸ਼ ਦੇ ਵਿਕਾਸ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ, ਭਾਵੇਂ ਉਹ ਕੋਈ ਵੀ ਮੁੱਦਾ ਹੋਵੇ। ਇਹ ਜਿਹੜਾ ਐਸੈਂਸ਼ੀਅਲ ਮੁੱਦਾ ਹੈਗਾ ਤੇ ਇਸ ਨੂੰ ਜਲਦੀ ਹੀ ਹੱਲ ਹੋਊਗਾ। ਇਹ ਗੱਲ ਨਹੀਂ ਕਹਿ ਸਕਦੇ ਕਿ ਵੀ ਇਹ ਨਹੀਂ ਹੋਊਗਾ ਤੇ ਚੁਣਾਵ ਹੋ ਜਾਣਗੇ ਤੇ ਨਹੀਂ, ਇਹ ਨਹੀਂ ਮੈਂ ਮੰਨਦਾ। ਮੇਰਾ ਜਿਹੜਾ ਮੰਨਣਾ ਹੈ ਕਿ ਵੀ ਜਲਦੀ ਹੱਲ ਹੋਏਗਾ ਤੇ ਕਿਸਾਨ ਭਰਾ ਆਪਣੇ ਵਾਪਸ ਆਉਣਗੇ ਤੇ ਸਾਨੂੰ ਸਮਰਥਨ ਵੀ ਦੇਣਗੇ, ਕਿਉਂਕਿ ਬਗੈਰ ਪ੍ਰਧਾਨ ਮੰਤਰੀ ਦੀ ਸੋਚ ਤੋਂ ਬਗੈਰ ਇਸ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਮੈਂ ਤੁਹਾਨੂੰ ਇੱਕ ਗੱਲ ਸਾਫ਼ ਤੌਰ ਤੇ ਕਹਿਣਾ ਚਾਹੁੰਦਾ, ਪਿਛਲੇ 60-70 ਸਾਲਾਂ ਤੋਂ ਪੰਜਾਬ ਦੇ ਵਿੱਚ ਅਕਾਲੀ, ਬੀਜੇਪੀ ਤੇ ਇਹਨਾਂ ਦੀ ਅਕਾਲੀ ਤੇ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਸਾਨੂੰ ਇਹਨਾਂ ਨੇ ਲੁੱਟਿਆ ਹੈ। ਤੁਸੀਂ ਕਿਸੇ ਵੀ ਸੈਕਟਰ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ, ਉਹ ਸੈਕਟਰ ਸਾਰਾ ਇਹਨਾਂ ਨੇ ਬਰਬਾਦ ਕਰ ਦਿੱਤਾ, ਭਾਵੇਂ ਸਾਡੇ ਯੂਥ ਨੇ, ਭਾਵੇਂ ਸਾਡੀ ਇੰਡਸਟਰੀ ਹੈ। ਇੰਡਸਟਰੀ ਦੇਖੋ ਤੁਸੀਂ, ਮਾਨਸਾ ਬਠਿੰਡੇ ਦੇ ਵਿੱਚ ਕੋਈ ਇੰਡਸਟਰੀ ਦੱਸੋ ਵੀ ਕਿਹੜੀ ਇੰਡਸਟਰੀ ਆਈ ਹੈ? ਸ਼ੂਗਰ ਮਿਲ ਹੁੰਦੀ ਸੀ, ਉਹ ਵੀ ਇਹਨਾਂ ਨੇ ਉੱਥੋਂ ਉਜਾੜ ਦਿੱਤੀ ਹੈ। ਤੇ ਜਦੋਂ ਤੱਕ ਇੱਥੇ ਇੰਡਸਟਰੀ ਨਹੀਂ ਆਏਗੀ ਤਾਂ ਉੱਥੋਂ ਦੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲੇਗਾ। ਸਾਡੇ ਬੱਚੇ ਰੋਜ਼ ਇਮੀਗ੍ਰੈਂਟ ਹੋ ਰਹੇ ਨੇ ਕੈਨੇਡਾ, ਅਮਰੀਕਾ ਦੇ ਵਿੱਚ, ਉਹਨਾਂ ਨੂੰ ਰੋਕਣ ਲਈ ਇਹਨਾਂ ਨੇ ਕੋਈ ਵੀ ਪਾਲਿਸੀ ਨਹੀਂ ਬਣਾਈ, ਨਾ ਸਪੋਰਟਸ ਪਾਲਿਸੀ ਹੈ ਸਾਡੇ ਕੋਈ, ਨਾ ਤਾਂ ਕੋਈ ਇੱਥੇ ਕੋਈ ਹੁਣ ਇਸ ਟਾਈਮ ਤੁਸੀਂ ਇੱਕ ਗੱਲ ਦੇਖੋ, ਜਦੋਂ ਤੋਂ 60-65 ਸਾਲਾਂ ਤੋਂ ਤੱਕ, ਜਦੋਂ ਦੇ 1970 ਤੋਂ ਬਾਅਦ ਜਿਹੜਾ ਅਸੀਂ ਧਿਆਨ ਚੰਦ ਤੋਂ ਬਾਅਦ ਕੋਈ ਵੀ ਓਲੰਪਿਕ ਦੇ ਵਿੱਚ ਮੈਡਲ ਨਹੀਂ ਆ ਰਿਹਾ। ਕਾਰਨ ਕੀ ਹੈ ਇਹਦਾ? ਬੱਚੇ ਨਸ਼ਿਆਂ ਵੱਲ ਵੱਧ ਚੁੱਕੇ ਨੇ। ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੈਗਾ। ਤੁਸੀਂ ਕੋਈ ਵੀ ਪਾਲਿਸੀ ਦੇਖ ਲਓ, ਭਾਵੇਂ ਇਨਫਰਾਸਟ੍ਰਕਚਰ ਦੇਖ ਲਓ, ਸਿਟੀਜ਼ ਦੇਖ ਲਓ, ਅਰਬਨ ਸਿਟੀਜ਼ ਦੇਖ ਲਓ, ਵਿਲੇਜਸ ਦੇਖੋ, ਸਾਰਾ ਕਿਤੇ ਹੀ ਮਤਲਬ ਤਾਂ ਇਹਨਾਂ ਨੇ ਕਰਪਸ਼ਨ ਦੇ ਨਾਲ ਸਾਰਾ ਧਾਰਾਸ਼ਾਹੀ ਕਰਤਾ, ਮਤਲਬ ਪੰਜਾਬ ਦੀ ਇਕਨੋਮੀ ਨੂੰ ਤਾਂ ਡੈਮੇਜ ਕਰਕੇ ਰੱਖਤਾ ਜੀ। ਤੁਸੀਂ ਰਾਕੇਸ਼ ਜੀ ਗੱਲ ਕੀਤੀ ਹੈ ਕਿ ਅਕਾਲੀ ਤੇ ਕਾਂਗਰਸ ਦੀ ਸਰਕਾਰ ਰਹੀ ਹੈ, ਤਾਂ ਜਦੋਂ ਅਕਾਲੀ ਦੀ ਸਰਕਾਰ ਰਹੀ ਹੈ, ਹਾਲਾਂਕਿ ਭਾਈਵਾਲੀ ਹੁਣ ਟੁੱਟੀ ਹੈ, ਉਦੋਂ ਬੀਜੇਪੀ ਵੀ ਭਾਈਵਾਲ ਸੀ ਇਹਦੀ, ਤਾਂ ਇਹ ਬੀਜੇਪੀ ਦਾ ਵੀ ਵਿੱਚ ਰੋਲ ਬਰਾਬਰ ਦਾ ਹੀ ਹੈ ਨਾ? ਨਹੀਂ ਤਾਂ ਇੱਥੇ ਤੁਸੀਂ ਆਪਣੀ ਪਾਰਟੀ ਦਾ ਬਚਾ ਕਿਵੇਂ? ਨਹੀਂ, ਬਿਲਕੁਲ ਗਲਤ ਹੈ ਜੀ। ਸਾਡੇ ਜਿਹੜੇ 23 ਉਮੀਦਵਾਰ ਸੀਗੇ ਬੀਜੇਪੀ ਅਕਾਲੀ ਦੇ ਨਾਲ, ਉੱਥੇ ਤੁਸੀਂ ਜਾ ਕੇ ਦੇਖੋ, ਸਾਡੇ ਮਿਨਿਸਟਰਾਂ ਦੀ ਆਰਟੀਆਈ ਕਢਾ ਲਓ ਤੇ ਸਾਡੀਆਂ ਇਨਕਮਸ ਕਢਾ ਲਓ ਤੇ ਇਹਨਾਂ ਦੀਆਂ ਇਨਕਮਸ ਕਢਾ ਲਓ, ਆਰਟੀਆਈ ਔਨ ਦਾ ਰਿਕਾਰਡ ਨੇ ਸਾਰੀਆਂ ਚੀਜ਼ਾਂ। ਦੇਖੋ, ਇੱਕ ਸਾਡੇ ਆਪ ਦਾ ਵਪਾਰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਤਾਂ ਹੋ ਸਕਦਾ ਹੈ, ਪਰੰਤੂ ਇੰਨੀ ਲੁੱਟ ਖਸੁੱਟ ਸਾਡੇ ਕਿਸੇ ਵੀ ਤੁਸੀਂ ਕਰ ਸਕਦੇ ਹੋ। ਜਿੱਥੇ ਸਾਡੇ ਮਿਨਿਸਟਰਸ ਨੇ ਜਾਂ ਸਾਡੇ ਐਮਐਲਏਸ ਨੇ ਲੜਿਆ, ਉੱਥੇ ਤੁਸੀਂ ਦੇਖ ਲਓ ਉਹਨਾਂ ਸਿਟੀਜ਼ ਦੀ ਡਿਵੈਲਪਮੈਂਟ ਦੇਖ ਲਓ। ਬਾਕੀ ਤੁਸੀਂ ਕਹਿ ਰਹੇ ਹੋ ਜਿਹੜਾ ਨਸ਼ਾ ਹੈਗਾ, ਉਹ ਹੋਮ ਮਿਨਿਸਟਰੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਦੇ ਕੋਲੇ ਰਹੀ ਆ। ਜਿਹੜੇ ਮੇਨ ਪੋਰਟਫੋਲੀਓਜ਼ ਨੇ ਉਹ ਅਕਾਲੀ ਦਲ ਕੋਲੇ ਰਹੇ ਸੀਗੇ ਤੇ ਸਾਡੇ ਕੋਲੇ ਤਾਂ ਛੋਟੇ-ਮੋਟੇ ਪੋਰਟਫੋਲੀਓਜ਼ ਸੀਗੇ। ਉੱਥੇ ਸਾਡੇ ਸੈਕਟਰਾਂ ਨੇ ਚੰਗੇ, ਸਾਡੇ ਜਿਹੜੀ ਬੀਜੇਪੀ ਨੇ ਗਰੋਥ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਥੇ ਇੰਡਸਟਰੀ ਵੀ ਉੱਥੇ ਦੇਖੋ ਬਹੁਤ ਵਧੀਆ ਕੰਮ ਕਰ ਰਹੀ ਹੈ, ਭਾਵੇਂ ਉਹ ਜਲੰਧਰ ਹੈ, ਭਾਵੇਂ ਲੁਧਿਆਣਾ ਹੈ, ਉੱਥੇ ਮਤਲਬ 80% ਜਿਹੜਾ ਹੈ ਰਕਬਾ ਉਹ ਇੰਡਸਟਰੀ ਦੇ ਵਿੱਚ ਅੰਡਰ ਹੈਗਾ ਤੇ ਉਹ ਡਿਵੈਲਪਮੈਂਟ ਵੀ ਉੱਥੇ ਹੈਗੀ। ਨਹੀਂ, ਚਲੋ ਮੰਨ ਲੈਂਦੇ ਹਾਂ ਕਿ ਚਲੋ ਤੁਸੀਂ ਕਹਿ ਰਹੇ ਹੋ ਕਿ ਉਹ ਕੁਝ ਮੰਤਰਾਲੇ ਜਾਂ ਉਹ ਕੁਝ ਡਿਪਾਰਟਮੈਂਟ ਜਿਹੜੇ ਕਿ ਅਕਾਲੀ ਦਲ ਨੇ ਆਪਣੇ ਕੋਲ ਰੱਖੇ, ਕੁਝ ਬੀਜੇਪੀ ਕੋਲ ਰਹੇ, ਲੇਕਿਨ ਬੀਜੇਪੀ ਭਾਈਵਾਲ ਤਾਂ ਸਰਕਾਰ ਦੇ ਵਿੱਚ ਸੀ, ਉਹਦਾ ਵਿਰੋਧ ਤਾਂ ਕਰ ਸਕਦੀ ਸੀ ਅਗਰ ਕਿਤੇ ਵੀ ਉਹਨੂੰ ਲੱਗਦਾ ਸੀ ਕਿ ਇੱਥੇ ਸਹੀ ਨਹੀਂ ਹੋ ਰਿਹਾ, ਲੇਕਿਨ ਬੀਜੇਪੀ ਵੱਲੋਂ ਕਦੇ ਵੀ ਵਿਰੋਧ ਨਹੀਂ ਕੀਤਾ ਗਿਆ। ਨਹੀਂ, ਇੱਦਾਂ ਨਹੀਂ ਹੈਗਾ। ਅਸੀਂ ਜਿੱਥੇ ਸਾਡਾ ਲੱਗਿਆ ਸਾਨੂੰ, ਅਸੀਂ ਉੱਥੇ ਸਾਥ ਨਹੀਂ ਦਿੱਤਾ। ਪਰੰਤੂ ਜਿਹੜੇ ਸੈਕਟਰਾਂ ਦੇ ਵਿੱਚ ਦੇਖੋ, ਕਿਸੇ ਮਿਨਿਸਟਰੀ ਦੇ ਵਿੱਚ ਦਖਲਅੰਦਾਜ਼ੀ ਦੇਣਾ ਕਿਸੇ ਵੀ ਅਧਿਕਾਰ ਖੇਤਰ 'ਚ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਆਉਂਦਾ। ਹੁਣ ਜੇ ਸਪੋਜ਼ ਕਰੋ ਜੇ ਹੋਮ ਮਿਨਿਸਟਰੀ ਸੁਖਬੀਰ ਬਾਦਲ ਜੀ ਕੋਲੇ ਹੈ ਤਾਂ ਉਹਨਾਂ ਨੇ ਹੀ ਰਿਲਾਇਬਲ ਨੇ ਉਹ ਆਨਸਰ ਟੂ ਦਾ ਸੋਸਾਇਟੀ, ਆਨਸਰ ਟੂ ਦਾ ਪਬਲਿਕ ਉਹ ਦੇ ਸਕਦੇ ਨੇ। ਉਹਦੇ ਵਿੱਚ ਅਸੀਂ ਰਿਪੋਰਟ ਕਾਰਡ ਦੇ ਵਿੱਚ ਕਿਸੇ ਮਿਨਿਸਟਰੀ ਦੇ ਵਿੱਚ ਕਿਵੇਂ ਸਿੱਧਾ ਦਖਲਅੰਦਾਜ਼ੀ ਦੇ ਸਕਦੇ ਹਾਂ? ਨਹੀਂ, ਸਰਕਾਰ ਦੇ ਵਿੱਚ ਭਾਈਵਾਲ ਪਾਰਟੀ ਇੱਕ ਜਿਹੜੀ ਕਿ ਪੂਰੇ ਤਰੀਕੇ ਨਾਲ ਡਾਇਰੈਕਟਲੀ ਇਨਵੋਲਵ ਹੈਗੀ ਹੈ। ਤੁਸੀਂ ਕਹਿ ਰਹੇ ਹੋ 23 ਤੁਹਾਡੇ ਵਿਧਾਇਕ ਹੈਗੇ ਸੀਗੇ, ਅਗਰ 23 ਵਿਧਾਇਕਾਂ ਦਾ ਸਮਰਥਨ ਤਾਂ ਹੀ ਸਰਕਾਰ ਬਣ ਰਹੀ ਹੈ। ਅਗਰ 23 ਵਿਧਾਇਕ ਵਿਰੋਧ ਕਰਦੇ ਨੇ ਤਾਂ ਸਰਕਾਰ ਕਿਵੇਂ ਖੜੇਗੀ? ਨਹੀਂ, ਮੈਂ ਉਹੀ ਕਿਤੇ ਨਾ ਕਿਤੇ ਤਾਂ ਮਤਲਬ ਭਾਈਵਾਲੀ ਵੀ ਬਰਾਬਰ ਦੀ ਦੋਸ਼ੀ ਨਹੀਂ, ਸਾਡੀ ਕੋਈ ਭਾਈਵਾਲੀ ਬਰਾਬਰ ਦੀ ਦੋਸ਼ੀ ਨਹੀਂ ਹੈਗੀ। ਅਸੀਂ ਜਿੱਥੇ ਸਾਡੇ ਕੰਮ ਹੈਗੇ ਆ ਉਹ ਚੈੱਕ ਕਰਾਏ ਜਾ ਸਕਦੇ ਆ। ਹੁਣ ਵੀ ਉੱਥੇ ਗਰੋਥ ਹੈਗੀ ਆ ਉਹਨਾਂ ਸਿਟੀਜ਼ ਦੇ ਵਿੱਚ, ਲੁਧਿਆਣਾ, ਜਲੰਧਰ ਤੇ ਇਹ ਜਾਂ ਜਿੱਥੇ ਕਪੂਰਥਲਾ, ਹੁਸ਼ਿਆਰਪੁਰ, ਉੱਥੋਂ ਲਿਟਰੇਸੀ ਰੇਟ ਦੇਖੋ ਤੁਸੀਂ, ਉੱਥੋਂ ਦਾ ਐਜੂਕੇਸ਼ਨ ਦੇਖੋ, ਠੀਕ ਹੈ। ਜਿੱਥੇ ਹੁਣ ਮਾਲਵਾ ਦੇ ਵਿੱਚ ਸਾਡੇ ਵਿਧਾਇਕ ਬੀਜੇਪੀ ਦੇ ਜਾਂ ਇੱਥੇ ਲੜੇ ਨਹੀਂ ਤਾਂ ਇਹ ਸਾਰਾ ਜਿਹੜਾ ਹੈ ਬੁਰਾ ਹਾਲ ਹੋਇਆ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਇੱਕ ਬੈਲੈਂਸ ਜਿਹੜਾ ਗਰੋਥ ਦਾ ਰੇਟ ਰਹੇ ਸਾਡਾ, ਤੇ ਅਸੀਂ ਇਸ ਪੂਰੇ ਪੰਜਾਬ ਦਾ ਵਿਕਾਸ ਜਿਹੜਾ ਹੈ ਉਹ ਕਰ ਸਕੀਏ। ਚਲੋ ਆਪਾਂ ਅਗਲੇ ਪੁਆਇੰਟ ਤੇ ਆਉਂਦੇ ਹਾਂ। ਹੁਣ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਖੇਤੀ ਕਾਨੂੰਨ ਬਣਾਏ ਨੇ, ਕੁਛ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ, ਕੁਛ ਇਸ ਤਰ੍ਹਾਂ ਦਾ ਇਨਵਾਇਰਮੈਂਟ ਬਣ ਰਿਹਾ ਕਿ ਉਹਨਾਂ 'ਤੇ ਸਮਝੌਤਾ ਹੋ ਜਾਏਗਾ ਔਰ ਉਹਨਾਂ ਦਾ ਮਸਲੇ ਦਾ ਹੱਲ ਹੋ ਜਾਏਗਾ।
ਅੱਛਾ, ਇਹ ਫਿਰ ਇੱਕ ਇਹ ਵੀ ਕਿਹਾ ਜਾ ਸਕਦਾ ਕਿ ਇਹ ਵੀ ਇੱਕ ਬੀਜੇਪੀ ਦੀ ਕਿਤੇ ਗਿਣੀ ਮਿੱਥੀ ਜਾਂ ਕੋਈ ਸੋਚੀ ਹੋਈ ਕੋਈ ਇਦਾਂ ਦੀ ਪਲੈਨਿੰਗ ਸੀ ਕਿ ਪਹਿਲਾਂ ਇਸ ਤਰੀਕੇ ਨਾਲ ਕਾਨੂੰਨ ਬਣਾਏ ਜਾਣਗੇ, ਫਿਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਜਾਂ ਲਾਗੂ ਨਾ ਕਰਨ ਦੇ ਉਸ ਦੇ ਵਿੱਚ ਕੁਝ ਇਦਾਂ ਦੀ ਗੱਲ ਹੋਏਗੀ ਕਿ ਜਦੋਂ ਹੁਣ ਫਰਜ਼ ਕਰੋ ਇਸ ਵਕਤ ਤੁਹਾਡੀ ਲੋਕ ਜਿਸ ਤਰ੍ਹਾਂ ਸੋਚ ਰਹੇ ਨੇ ਕਿ ਹਾਂ ਬਿਲਕੁਲ ਵੋਟਾਂ ਤੋਂ ਪਹਿਲਾਂ ਬੀਜੇਪੀ ਨੇ ਇਹ ਕਾਰਡ ਖੇਲਣਾ ਹੈ, ਪੱਤਾ ਖੇਲਣਾ ਹੈ ਕਿ ਉਸ ਵਕਤ ਜਿਹੜੇ ਕਾਨੂੰਨ ਉਹ ਵਾਪਸ ਲਏ ਜਾਣਗੇ, ਕਿਉਂਕਿ ਵੋਟਾਂ ਦੇ ਵੇਲੇ ਉਹਨਾਂ ਚੀਜ਼ਾਂ ਨੂੰ ਭਨਾਉਣ ਦੇ ਲਈ ਜਾਂ ਉਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ ਵੀ ਹਾਂ ਬੀਜੇਪੀ ਨੇ ਹੁਣ ਤੁਹਾਡੀ ਗੱਲ ਮੰਨ ਲਈ ਤੇ ਸਾਨੂੰ ਤੁਸੀਂ ਵੋਟ ਕਰ ਦਿਓ ਤੇ ਸਾਡੀ ਸਰਕਾਰ ਬਣਾਓ ਤੇ ਅਸੀਂ ਸਾਰਾ ਕੁਝ ਕਰ ਦਿਆਂਗੇ। ਕੁਝ ਇਹ ਗਿਣੀ ਮਿੱਥੀ ਵੀ ਕੁਝ ਪਲੈਨਿੰਗ ਹੋ ਸਕਦੀ ਹੈ। ਦੇਖੋ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਦੋਂ ਦਾ ਦੇਸ਼ ਦੇ ਵਿੱਚ ਰਾਜ ਕੀਤਾ ਕਦੇ ਵੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਕੀਤੀ। ਤੁਸੀਂ ਪੰਜਾਬ ਦਾ ਰਿਕਾਰਡ ਕਢਾਓ ਨਾ, ਪਿਛਲੇ 60 ਸਾਲਾਂ ਤੋਂ ਜਦੋਂ ਦਾ 1966 ਤੋਂ ਸੂਬਾ ਆਇਆ ਇਹ ਉਜੜਦਾ ਹੀ ਗਿਆ, ਭਾਵੇਂ ਉਹ ਕਿਸੇ ਵੀ ਪਾਲਿਸੀ ਤੇ ਗੱਲ ਕਰੋ ਤੁਸੀਂ। ਮੋਦੀ ਨੇ ਸਭ ਭਾਵੇਂ 370 ਧਾਰਾ 370 ਹੋਵੇ, ਭਾਵੇਂ ਉਹ ਕੋਈ ਵੀ ਜਿਹੜਾ ਐਕਟ ਹੈ ਜਿਹੜਾ ਵੀ ਬਣਾਇਆ ਹੈਗਾ ਉਹ ਕਦੇ ਵੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਲਈ ਬਣਾਇਆ ਹੈਗਾ। ਅਸੀਂ ਕਦੇ ਵੀ ਵੋਟ ਬੈਂਕ ਦੀ ਰਾਜਨੀਤੀ ਸੱਤਾ ਹਥਿਆਉਣ ਦੇ ਲਈ ਕਦੇ ਵੀ ਇਦਾਂ ਦੇ ਗਲਤ ਤਰੀਕੇ ਨਹੀਂ ਅਪਣਾਉਂਦੇ ਹੈਗੇ, ਭਾਵੇਂ ਸਾਨੂੰ ਸੱਤਾ ਤੋਂ ਦੂਰ ਹੀ ਰਹਿਣਾ ਪਵੇ। ਅਸੀਂ ਦੇਸ਼ ਹਿੱਤ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ, ਨਾ ਕਿ ਆਪਣੇ ਜਿਹੜੇ ਸੈਲਫ ਡਿਵੈਲਪਮੈਂਟ ਨੂੰ ਅਸੀਂ ਕਦੇ ਵੀ ਪ੍ਰਾਇੋਰਟੀ ਨਹੀਂ ਦਿੱਤੀ ਹੈਗੀ। ਤੇ ਸਾਡੇ ਤੁਸੀਂ ਲੋਕਾਂ ਦੇ ਤੁਸੀਂ ਸਰਵੇ ਦੇਖ ਲਓ, ਮੇਰੇ ਫਾਦਰ ਸਾਹਿਬ ਦੀ ਹਿਸਟਰੀ ਕੱਢ ਲਓ ਤੇ ਕਿਸੇ ਦੇ ਵੀ ਤੁਸੀਂ ਸਾਡੇ ਪਰਿਵਾਰ ਦੀ ਬੈਕਗ੍ਰਾਉਂਡ ਚੈੱਕ ਕਰ ਲਓ, ਕੋਈ ਬੀਜੇਪੀ ਦੇ ਲੀਡਰ ਦਾ ਕੋਈ ਕਰਪਸ਼ਨ ਦੇ ਵਿੱਚ ਜਾਂ ਕਿਸੇ ਭ੍ਰਸ਼ਟਾਚਾਰ ਦੇ ਵਿੱਚ ਜਾਂ ਕਿਸੇ ਨਸ਼ੇ ਦੇ ਵਿੱਚ ਜਾਂ ਕਿਸੇ ਡਰੱਗ ਮਾਫੀਆ ਦੇ ਵਿੱਚ ਕਿਸੇ ਵੀ ਬੀਜੇਪੀ ਦਾ ਲੀਡਰ ਦਾ ਕੋਈ ਨਾਮ ਨਹੀਂ ਹੈਗਾ। ਤੇ ਇਹ ਗੱਲਾਂ ਕਹਿਣੀਆਂ ਅਣਸੁਭਾਵਿਕ ਨੇ। ਇਹ ਇੱਕ ਟ੍ਰੈਂਡ ਬਣਿਆ ਹੋਇਆ ਕਿ ਗਲਤ ਮੈਸੇਜ ਜਿਹੜਾ ਹੈ ਲੋਕਾਂ ਦੇ ਵਿੱਚ ਭੇਜ ਰਹੇ ਨੇ ਕਿ ਮੋਦੀ ਜੀ ਐਂ ਕਰ ਲੈਣਗੇ। ਮੈਂ ਕਹਿੰਦਾ ਜੇਕਰ ਸੈਂਟਰ ਗੌਰਮੈਂਟ ਦੀਆਂ 70% ਪਾਲਿਸੀਆਂ ਜੇ ਇੰਪਲੀਮੈਂਟੇਸ਼ਨ ਹੋ ਜਾਣਾ ਪੰਜਾਬ ਸਰਕਾਰ ਦੇ ਵਿੱਚ ਤਾਂ ਪੰਜਾਬ ਸਰਕਾਰ ਦਾ ਜਿਹੜਾ ਸਟਰਕਚਰ ਇਨਫਰਾਸਟਰਕਚਰ ਉਹ ਡਿਵੈਲਪਮੈਂਟ ਕੀਤਾ ਜਾ ਸਕਦਾ, ਇੰਡਸਟਰੀ ਲੈ ਕੇ ਆਈ ਜਾ ਸਕਦੀ ਹੈ ਜੀ। ਪਰੰਤੂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਿਰਫ ਵੋਟ ਬੈਂਕ ਦੀਆਂ ਰਾਜਨੀਤੀਆਂ ਕਰਦੇ ਨੇ। ਉਹ ਨਹੀਂ ਚਾਹੁੰਦੇ ਕਿ ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਉਹ ਇੱਥੇ ਆਪਣੇ ਪੰਜਾਬ ਦੇ ਵਿੱਚ ਇੰਪਲੀਮੈਂਟੇਸ਼ਨ ਹੋ ਸਕਣ, ਕਿਉਂਕਿ ਜਿਹੜੇ ਗਰਾਊਂਡ ਤੁਸੀਂ ਕਿਉਂਕਿ ਸਾਡੀ ਜਿਹੜੀ ਡਿਵੈਲਪਮੈਂਟ ਆ ਪਿੰਡਾਂ ਤੋਂ ਸ਼ੁਰੂ ਹੋਣੀ ਹੈ। ਤੁਸੀਂ ਪਿੰਡਾਂ 'ਚ ਅੱਜ ਵੀ ਜਾ ਕੇ ਦੇਖੋ, ਗਰੀਬਾਂ ਦੇ ਮਕਾਨਾਂ ਦੀ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਉੱਤੋਂ ਭੇਜਦੇ, ਇਹਨਾਂ ਨੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਇਹ ਆਪਣਾ ਗੈਰ ਕਾਨੂੰਨੀ ਕਲੋਨੀਆਂ ਨੇ, ਇਹ ਅਧਿਕਾਰਤ ਨਹੀਂ। ਜਦੋਂ ਇਹਨਾਂ ਦੇ ਤੁਸੀਂ ਕਾਗਜ਼ ਭੇਜਦੇ ਹੋ, ਤੁਸੀਂ ਇਹਨਾਂ ਦਾ ਬਣਾ ਕੇ ਭੇਜਿਆ, ਉਦੋਂ ਤੁਸੀਂ ਇਹ ਨੋਟ ਨਹੀਂ ਕੀਤਾ ਕਿ ਵੀ ਇਹ ਜਿਹੜੀਆਂ ਕਲੋਨੀਆਂ ਨੇ ਗੈਰ ਕਾਨੂੰਨੀ ਨੇ। ਤੇ ਪ੍ਰਧਾਨ ਮੰਤਰੀ ਜੀ ਦੀਆਂ ਭਾਵੇਂ ਉਹ ਆਵਾਸ ਯੋਜਨਾ ਹੋਵੇ, ਭਾਵੇਂ ਉਹ ਹੈਲਥ ਦੇ ਵਿੱਚ ਆਯੁਸ਼ਮਾਨ ਕਾਰਡ ਹੋਵੇ 5 ਲੱਖ ਰੁਪਏ ਦਾ, ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਆਪਣੇ ਦੇਸ਼ ਦੇ ਹਿੱਤ ਦੇ ਲਈ ਨੇ, ਨਾ ਕਿ ਸੈਲਫ ਹਿੱਤ ਦੇ ਲਈ। ਅਸੀਂ ਕਦੇ ਵੀ ਨਹੀਂ ਰਾਜਨੀਤੀ ਕੀਤੀ ਹੈਗੀ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੀਆਂ ਵੀ ਸੈਂਟਰ ਦੀਆਂ ਪਾਲਿਸੀਜ਼ ਹੈਗੀਆਂ ਨੇ ਉਹ ਪੰਜਾਬ ਗਵਰਨਮੈਂਟ ਇੰਪਲੀਮੈਂਟ ਨਹੀਂ ਕਰ ਰਹੀ ਆਪਣੀ ਸਟੇਟ ਦੇ ਵਿੱਚ? ਹਾਂਜੀ, ਬਿਲਕੁਲ ਨਹੀਂ ਕਰ ਰਹੀ ਹੈਗੀ। ਜੇਕਰ ਇੰਪਲੀਮੈਂਟੇਸ਼ਨ, ਕਿਉਂਕਿ ਇਹ ਨਹੀਂ ਚਾਹੁੰਦੇ ਕਿ ਵੀ ਮੋਦੀ ਜੀ ਦਾ ਇੱਥੇ ਸਿਸਟਮ ਬਣ ਜੇ। ਮੋਦੀ ਇਹ ਡਰਦੇ ਸਾਰੇ, ਮੋਦੀ ਜੀ ਤੋਂ ਡਰੇ ਬੈਠੇ ਆ ਸਾਰੀਆਂ ਪਾਰਟੀਆਂ ਇਹ ਵੀ, ਜੇ ਮੋਦੀ ਜੀ ਨੇ ਆ ਗਏ ਤਾਂ ਇਹਨਾਂ ਦੇ ਨਾਲ ਬਹੁਤ ਕੁਝ ਇਹਨਾਂ ਦੀਆਂ ਫਾਈਲਾਂ ਖੁੱਲ ਜਾਣੀਆਂ ਜਿਹੜੀਆਂ ਕਰਪਸ਼ਨ ਕੀਤੀਆਂ ਹੋਈਆਂ ਨੇ, ਇਹਨਾਂ ਦੇ ਭ੍ਰਸ਼ਟਾਚਾਰ ਦੇ ਸਾਰੇ ਕੁਝ ਖੁੱਲ ਜਾਣੇ ਨੇ। ਈਡੀ ਤੇ ਸੀਬੀਆਈ ਨੇ ਇੱਥੇ ਇਹਨਾਂ ਦੇ ਇੱਕ ਘਰ ਦੇ ਉੱਤੇ ਬਾਹਰ ਡੇਰਾ ਲਾ ਲੈਣਾ ਹੈਗਾ, ਇਹ ਡਰੇ ਹੋਏ ਨੇ ਅੰਦਰ। ਅੱਛਾ, ਤੁਸੀਂ ਇੱਕ ਆਪਾਂ ਲੋਕਲ ਲੈਵਲ ਦੀ ਰਾਜਨੀਤੀ ਤੇ ਵੀ ਆਵਾਂਗੇ ਫਿਲਹਾਲ, ਕਿਉਂਕਿ ਸੈਂਟਰ ਔਰ ਸਟੇਟ ਲੈਵਲ ਦੀ ਰਾਜਨੀਤੀ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਇੱਥੇ ਇੱਕ ਸਵਾਲ ਹੋਰ ਕਰਨਾ ਚਾਹੂੰਗਾ। ਇੱਕ ਅਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓਜ਼ ਵੀ ਦੇਖਦੇ ਹਾਂ ਇਸ ਮਸਲੇ ਤੇ ਕਿ ਜਦੋਂ ਮੋਦੀ ਸਰਕਾਰ 2014 ਦੇ ਵਿੱਚ ਆਈ ਪਹਿਲੀ ਵਾਰ, ਤਾਂ ਉਦੋਂ ਮੇਨਲੀ ਪਹਿਲਾਂ ਗੱਲ ਚੱਲ ਰਹੀ ਸੀ ਮਹਿੰਗਾਈ ਦੀ, ਕਿ ਮਹਿੰਗਾਈ ਬਹੁਤ ਜ਼ਿਆਦਾ, ਸਿਲੰਡਰ ਦੇ ਰੇਟਾਂ ਨੂੰ ਲੈ ਕੇ ਗੱਲ ਚੱਲ ਰਹੀ ਸੀ, ਹੋਰ ਦਾਲਾਂ ਸਬਜ਼ੀਆਂ ਦੇ ਭਾਅ ਨੂੰ ਲੈ ਕੇ ਚੱਲ ਰਹੀ ਸੀ। ਔਰ ਅੱਜ ਅਗਰ ਉਸ ਦੇ ਅਕੋਰਡਿੰਗ ਅੱਜ ਆਪਾਂ ਕੰਪੈਰੀਜ਼ਨ ਕਰੀਏ, ਰੇਟ ਡਬਲ ਤੋਂ ਵੀ ਜ਼ਿਆਦਾ ਹੋ ਚੁੱਕੇ ਨੇ। ਸਿਲੰਡਰ ਦੀ ਗੱਲ ਕਰੀਏ 400 ਕੁਛ ਰੁਪਏ ਹੁੰਦਾ ਸੀਗਾ, ਹੁਣ 1000 ਰੁਪਏ ਦੇ ਆਸ-ਪਾਸ ਪਹੁੰਚ ਚੁੱਕਿਆ ਹੈ। ਤੇਲ ਦੇ ਭਾਅ ਅਸਮਾਨੀ ਛੂਹ ਰਹੇ ਨੇ। ਤਾਂ ਬੀਜੇਪੀ ਦੇ ਸਰਕਾਰ ਦੇ ਆਉਣ ਨਾਲ ਕਿਤੇ ਵੀ ਮਹਿੰਗਾਈ ਘਟੀ ਨਹੀਂ ਬਲਕਿ ਵਧੀ ਹੈ। ਤਾਂ ਉਹ ਉਦੋਂ ਸਰਕਾਰ ਦਾ ਏਜੰਡਾ ਹੁੰਦਾ ਸੀ ਕਿ ਸਰਕਾਰ ਧਰਨੇ ਵੀ ਲਗਾਉਂਦੀ ਸੀਗੀ, ਸਰਕਾਰ ਪ੍ਰਦਰਸ਼ਨ ਕਰਦੀ ਸੀਗੀ। ਅੱਜ ਦੀ ਘੜੀ ਹਾਲਾਂਕਿ ਵਿਰੋਧੀ ਧਿਰ ਬਹੁਤ ਕਮਜ਼ੋਰ ਹੈ, ਕੋਈ ਧਰਨੇ ਪ੍ਰਦਰਸ਼ਨ ਮਹਿੰਗਾਈ ਲਈ ਉਹਨੇ ਨਹੀਂ ਹੋ ਰਹੇ। ਤਾਂ ਇੱਥੇ ਬੀਜੇਪੀ ਦੀ ਸਰਕਾਰ ਕਿੱਥੇ ਜਵਾਬਦੇਹੀ ਹੈ, ਕੀ ਕਹੋਗੇ? ਦੇਖੋ ਹਰਦੇਵ ਜੀ, ਆਪਾਂ ਦੇਖੋ ਇੱਕ ਜ਼ਿੰਮੇਵਾਰ ਵਿਅਕਤੀ ਆ ਆਪਾਂ। ਪਬਲਿਕ ਨੂੰ ਮਹਿੰਗਾਈ ਦਾ ਮੁੱਦਾ ਬਿਲਕੁਲ ਆਇਆ, ਪਰੰਤੂ ਉਹ ਕਿਉਂ ਆਇਆ ਉਹਦੇ ਉੱਤੇ ਰਿਸਰਚ ਕਰਨ ਦੀ ਜ਼ਰੂਰਤ ਆ। ਉਹ ਕਿਉਂ ਆਇਆ? ਕਰੋਨਾ ਦੇ ਵਿੱਚ ਪੂਰੇ 2 ਸਾਲ ਹੋ ਗਏ। ਕਰੋਨਾ ਮਾਰਚ ਮੇਰੇ ਖਿਆਲ 19 ਦੇ ਵਿੱਚ 20 ਦੇ ਵਿੱਚ ਸ਼ਾਇਦ ਆਇਆ ਸੀਗਾ, ਤੇ ਅੱਜ ਤੁਸੀਂ ਆ ਦੇਖ ਲਓ 21 ਹੋ ਗਿਆ, ਪੂਰਾ 1.5 ਸਾਲ ਤੋਂ ਉੱਤੇ ਜ਼ਿਆਦਾ ਹੋ ਗਿਆ। ਤੇ ਸਾਡਾ ਜਿਹੜਾ ਦੇਸ਼ ਹੈ ਉਹ ਵਿਕਾਸਸ਼ੀਲ ਦੇਸ਼ ਹੈ, ਨਾ ਕਿ ਵਿਕਸਿਤ ਦੇਸ਼ ਹੈ। ਪ੍ਰਧਾਨ ਮੰਤਰੀ ਨੇ ਜਿਹੜੀ ਗਤੀ ਵਿਕਾਸ ਦੀ ਵਧਾਈ ਸੀਗੀ
ਉਹ ਉੱਥੇ ਜਾ ਕੇ ਕਿਤੇ ਕਰੋਨਾ ਨੇ ਇਹ ਜਿਹੜਾ ਸੀ ਕਿਉਂਕਿ ਜਿਹੜੀਆਂ ਯੂਰਪੀਅਨ ਕੰਟਰੀਆਂ ਨੇ ਜਾਂ ਫਿਰ ਤੁਹਾਡਾ ਯੂਰਪੀਅਨ ਕੰਟਰੀ ਨੇ, ਉਹਨਾਂ ਨੇ ਇਸ ਗੱਲ ਦੀ ਰਿਪੋਰਟ ਦਿੱਤੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਜਿਹੜਾ ਹੈਗਾ ਉਹ ਬ੍ਰਿਟੇਨ ਨੂੰ ਤੇ ਇਹ ਯੂਰਪੀਅਨ ਕੰਟਰੀਆਂ ਨੂੰ ਪਿੱਛੇ ਛੱਡ ਜਾਏਗਾ। ਪਰੰਤੂ ਇਹਨਾਂ ਨੇ ਕੀ ਖੇਡ ਖੇਡੀ ਹੈ, ਇਹ ਜਿਹੜੀ ਕਰੋਨਾ ਦੀ ਬਿਮਾਰੀ ਆਈ ਹੈ ਉਹਦੇ ਨਾਲ ਇੰਡੀਅਨ ਮਾਰਕੀਟਸ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ, ਲੋਕਡਾਊਨ ਲਾਇਆ। ਤੇ ਮੋਦੀ ਜੀ ਨੇ ਉਸ ਟਾਈਮ ਇਹ ਸਹੀ ਫੈਸਲਾ ਲਿਆ, ਲੋਕਾਂ ਦੀ ਹੈਲਥ ਨੂੰ ਸੁਧਾਰਨ ਲਈ ਲੋਕਾਂ ਨੂੰ ਵੱਡੇ ਵੱਡੇ ਲੋਕਡਾਊਨ ਲਾਣੇ ਪਏ, ਇੰਡਸਟਰੀ ਬੰਦ ਹੋ ਗਈ, ਮੰਡੀਆਂ ਬੰਦ ਹੋ ਗਈਆਂ ਤੇ ਲੋਕ ਘਰੇ ਬਹਿ ਗਏ। ਜਦੋਂ ਦੇਖੋ ਲੋਕ ਘਰੇ ਬਹਿ ਕੇ ਕੰਮ ਨਹੀਂ ਹੋਇਆ ਤੇ ਟੈਕਸ ਨਹੀਂ ਪੇ ਹੋਏ ਤਾਂ ਉਹ ਲੋਕਾਂ ਦੀ ਵੈਲਫੇਅਰ ਲਈ ਨਹੀਂ ਲੱਗਣਗੇ, ਤੇ ਜਿਹੜੇ ਉਹ ਟੈਕਸ ਕਲੈਕਸ਼ਨ ਹੋਏਗੀ ਉਹੀ ਤਾਂ ਸਬਸਿਡੀ ਹੁੰਦੀ ਹੈ ਆਮ ਚੀਜ਼ਾਂ ਲਈ। ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੇਲ ਦੀ ਮਹਿੰਗਾਈ ਦੀ ਗੱਲ, ਤੇਲ ਦੀ ਮਹਿੰਗਾਈ ਦੀ ਗੱਲ ਦੋ ਕਾਰਨ ਨੇ। ਇੱਕ ਤਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਇਹ ਆਇਲ ਬੌਂਡ ਭਰੇ ਹੋਏ ਸੀਗੇ ਮਨਮੋਹਨ ਸਿੰਘ ਦੀ ਸਰਕਾਰ ਨੇ, ਉਹ ਕਰੋੜਾਂ ਦੇ ਜਿਹੜੇ ਆਇਲ ਬੌਂਡ ਜਿਹੜੇ ਸੀਗੇ ਉਹ ਛੱਡ ਕੇ ਗਏ ਸੀ ਪੈਂਡਿੰਗ, ਉਹ ਪੇਡ ਕਰੇ ਆ, ਮਤਲਬ ਪਤਾ ਨਹੀਂ ਕਿੰਨੇ ਹਜ਼ਾਰ ਕਰੋੜਾਂ ਦੀ ਮੈਂ ਤੁਹਾਨੂੰ ਗੱਲ ਕਰਦਾ। ਫਿਰ ਕਰੋਨਾ ਦੇ ਵਿੱਚ ਜਿਹੜੀਆਂ OPEC ਕੰਟਰੀਆਂ ਨੇ, ਆਇਲ ਪ੍ਰੋਡਿਊਸਿੰਗ ਕੰਟਰੀਜ਼ ਨੇ, ਜਿਹੜੀ ਅਰਬ ਅਮੀਰਾਤ, ਇਰਾਕ, ਇਰਾਨ, ਕਤਰ, ਇਹ ਇਹਨਾਂ ਕੰਟਰੀਆਂ ਨੇ ਕਰੋਨਾ ਦੇ ਤੋਂ ਬਾਅਦ ਜਿਹੜੇ ਹੈਗੇ ਆਪਣੇ ਜਿਹੜੇ ਤੇਲ ਦੇ ਉਹ ਸੀਗੇ ਉਹ ਬੰਦ ਕਰਤੇ ਤੇ ਕੁਝ ਖੁੱਲੇ ਛੱਡੇ। ਤੇ ਅਸੀਂ ਕਾਫੀ ਪੈਟਰੋਲੀਅਮ ਮਿਨਿਸਟਰਸ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਇਹ ਜਿਹੜੇ ਹੈਗੇ ਜਿਹੜਾ ਤੁਸੀਂ ਪੈਟਰੋਲ ਦੀਆਂ ਕੀਮਤਾਂ ਨੂੰ ਘਟਾਓ, ਸਾਡੀ ਜਿਹੜੀ ਹੈਗੀ 80% ਜਿਹੜੀ ਸਾਡੀ ਕੰਜ਼ੰਪਸ਼ਨ ਆ ਉਹ ਇੰਡੀਆ ਦੇ ਵਿੱਚ ਹੁੰਦੀ ਹੈ। ਤੇ ਇਹ ਨਾ ਪ੍ਰਧਾਨ ਮੰਤਰੀ ਜੀ ਨੇ ਵੀ ਇਸ 'ਤੇ ਵਿਸ਼ੇਸ਼ ਤੌਰ 'ਤੇ OPEC ਕੰਟਰੀਆਂ ਨਾਲ ਗੱਲ ਕੀਤੀ ਹੈ, ਪਰੰਤੂ ਉਹਨਾਂ ਦਾ ਇਸ ਆਇਲ ਪ੍ਰੋਡਿਊਸਿੰਗ ਦੇ ਉੱਤੇ ਇੱਕ ਹੈਵੀ ਨੇ ਉਹ ਸਾਡੇ 'ਤੇ, ਕਿਉਂਕਿ ਅਸੀਂ ਉਹਨਾਂ 'ਤੇ ਨਿਰਭਰ ਹਾਂ, ਕਿਉਂਕਿ ਸਾਡੇ ਦੇਸ਼ ਜਿਹੜਾ ਹੈ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜਾ ਹੈ ਉੱਤੇ। ਮੇਰੀ ਗੱਲ ਹੋ ਗਈ ਸੁਣੋ, ਹੁਣ ਅਸੀਂ ਕੀ ਕਰਨ ਜਾ ਰਹੇ ਹਾਂ ਵੀ ਅਸੀਂ ਕੀ ਕਰਨ ਜਾਂਦੇ ਹਾਂ, ਹੁਣੇ ਪਿੱਛੇ ਜੇ ਆਪਣੇ ਪ੍ਰਧਾਨ ਮੰਤਰੀ ਜੀ G20 ਦੀ ਮੀਟਿੰਗ ਦੇ ਵਿੱਚ ਰੋਮ ਗਏ ਆ ਤੇ ਅਸੀਂ ਰੀਨਿਊਏਬਲ ਐਨਰਜੀ ਉੱਤੇ ਕੰਮ ਕਰ ਰਹੇ ਹਾਂ ਤੇ ਅਸੀਂ ਬਹੁਤ ਜਲਦੀ ਹੀ 2025 ਜਾਂ 30 ਤੱਕ ਕਿਹਾ ਹੈਗਾ ਕਿ ਵੀ ਅਸੀਂ ਮਿਥੇਨ ਗੈਸ ਦੀ ਐਮਿਸ਼ਨ ਕਰ ਦਿਆਂਗੇ, ਜਿਹੜੀ ਕਿ ਬੜੀ ਹਾਨੀਕਾਰਕ ਕਾਰਬਨ ਡਾਈਆਕਸਾਈਡ ਦੀ ਵੀ ਐਮਿਸ਼ਨ ਕਰਾਂਗੇ, ਪਲੱਸ ਰੀਨਿਊਏਬਲ ਐਨਰਜੀ ਦੇ ਦੁਆਰਾ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਹੈਗੀਆਂ ਮਾਰਕੀਟ ਦੇ ਵਿੱਚ ਉਤਾਰਾਂਗੇ ਤੇ ਆਇਲ ਦੇ ਉੱਤੇ ਜਿਹੜੀ ਹੈਗੀ ਆ ਉਹ ਡਿਪੈਂਡੈਂਸੀ ਜਿਹੜੀ ਹੈਗੀ ਆ ਜਿਹੜੀ OPEC ਕੰਟਰੀਆਂ ਦੇ ਉੱਤੇ ਬਣੀ ਹੋਈ ਹੈ ਉਹਨੂੰ ਘੱਟ ਕਰਾਂਗੇ। ਰਕੇਸ਼ ਜੀ ਬਹੁਤ ਵਧੀਆ ਗੱਲ ਹੈ, ਲੇਕਿਨ ਇੱਥੇ ਮੈਂ ਥੋੜੀ ਜਿਹੀ ਗੱਲ ਨੂੰ ਪੁੰਨਣਾ ਚਾਹੂੰਗਾ। ਤੁਸੀਂ ਦੇਖੋ, ਤੁਸੀਂ ਗੱਲ ਕੀਤੀ ਹੈ ਕਿ ਹਾਂ ਇਹ ਕੁਛ ਇੱਦਾਂ ਦੇ ਬੌਂਡਸ ਵਗੈਰਾ ਸੀਗੇ ਜਾਂ ਕੁਛ ਇੱਦਾਂ ਦਾ ਕਰੋਨਾ ਕਰਕੇ ਹੋਇਆ। ਦੇਖੋ, ਅਗਰ ਤੁਸੀਂ ਅੰਕੜਿਆਂ ਦੇ ਵੱਲ ਜਾਂਦੇ ਹੋ ਤਾਂ ਟੈਕਸ ਉਗਰਾਹੀ ਵਧੀ ਹੈ, ਘਟੀ ਨਹੀਂ ਹੈਗੀ। GST ਦੀ ਉਗਰਾਹੀ ਵਧੀਆ ਜੋ ਮੈਂ ਅੰਕੜੇ ਦੇਖ ਰਿਹਾ ਸੀਗਾ। ਔਰ ਦੂਸਰੀ ਗੱਲ, ਜਿਹੜਾ ਸਾਡਾ ਪੈਟਰੋਲ ਦਾ ਤੇਲ ਦਾ ਬੇਸਿਕ ਪ੍ਰਾਈਸ ਹੈ ਜੋ ਅੱਜ ਦੀ ਘੜੀ ਆਪਾਂ ਖਰੀਦ ਰਹੇ ਹਾਂ 100 ਰੁਪਏ ਦੇ ਆਸ-ਪਾਸ, ਉਹ ਆਪਣਾ ਬੇਸਿਕ ਪ੍ਰਾਈਸ ਤਾਂ ਲਗਭਗ 35-40 ਰੁਪਏ ਲੀਟਰ ਹੈ। ਬਾਕੀ ਸਾਰਾ ਤਾਂ ਟੈਕਸ ਹੀ ਹੈ ਨਾ। ਇੰਨਾ ਟੈਕਸ ਆਪਾਂ ਗਵਰਨਮੈਂਟ ਨੂੰ ਦੇ ਰਹੇ ਹਾਂ, ਟੈਕਸ ਦੇ ਏਵਜ਼ ਦੇ ਵਿੱਚ ਅਸੀਂ ਫਿਰ ਵੀ ਮਤਲਬ ਉੱਦਾਂ ਦੀਆਂ ਸਹੂਲਤਾਂ ਸਾਨੂੰ ਨਹੀਂ ਮਿਲ ਰਹੀਆਂ, ਉਹ ਸੈਂਟਰ ਗਵਰਨਮੈਂਟ ਨੇ ਉਹਨੂੰ ਮੈਨੇਜ ਕਰਨਾ। ਹਰਦੇਵ ਜੀ, ਪਤਾ ਕੀ ਅਸੀਂ ਇਹ ਗੱਲ ਨੂੰ ਭੁੱਲ ਰਹੇ ਹਾਂ ਕਿ ਜਿਹੜਾ ਸੈਂਟਰ ਟੈਕਸ ਹੈ GST ਹੈ ਉਹ ਤਾਂ ਉਹਦੇ ਵਿੱਚ ਹੁਣ 10 ਰੁਪਏ ਰਿਆਇਤ ਕੀਤੀ ਹੈ ਤੇ ਜਿੱਥੇ BJP ਦੀਆਂ ਰੂਲਿੰਗ ਸਟੇਟਸ ਨੇ ਉੱਥੇ 7-7 8-8 ਰੁਪਏ ਉਹਨਾਂ ਨੇ ਵੀ ਘਟਾਇਆ, ਪਰੰਤੂ ਜਿਹੜੀ 30-35 ਰੁਪਏ ਸਟੇਟ ਲਗਾ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ 1 ਰੁਪਿਆ ਵੀ ਨਹੀਂ ਘਟਾਇਆ। ਸਾਰੀ ਰਿਲਾਇਬਿਲਟੀ BJP ਤੇ ਹੈ। BJP ਨੇ ਤਾਂ ਜਿੱਦਾਂ ਸਟੇਟ ਦੇ ਵਿੱਚ ਰੂਲ ਵੀ ਨਹੀਂ ਕੀਤਾ ਹੈਗਾ। ਤੁਸੀਂ ਇਸ ਗੱਲ ਨੂੰ ਕਿਉਂ ਭੁੱਲ ਰਹੇ ਹੋ? ਉਹ ਦੇਖੋ, ਮੇਰੀ ਗੱਲ ਸੁਣੋ, ਇੱਥੇ ਤੁਸੀਂ ਹੈਲਥ ਦੇ ਵਿੱਚ ਗੱਲ ਲਾ ਕੇ ਚੱਲੋ, PGI ਸੈਂਟਰ ਦੇ, ਯੂਨੀਵਰਸਿਟੀਆਂ ਸੈਂਟਰ ਦੀਆਂ, ਸਾਰਾ ਕੁਝ ਸੈਂਟਰ ਨੇ ਦੇਣਾ, ਤਾਂ ਸਟੇਟ ਤੁਹਾਡਾ ਕੀ ਕਰਦਾ? ਤੁਸੀਂ ਉਹਨਾਂ ਤੋਂ ਵੀ ਕੁਝ ਕੁਐਸਚਨ ਪੁੱਛੋਗੇ ਕਿ ਵੀ ਤੁਸੀਂ ਇੰਨਾ ਰੈਵਨਿਊ ਕਿਉਂ ਡੈਫਿਸਿਟ 'ਚ ਲੈ ਕੇ ਆਏ? ਨਹੀਂ, ਇਹ ਪਾਲਿਸੀ ਤਾਂ ਸੈਂਟਰ ਦੀ ਹੀ ਚੱਲੇਗੀ ਨਾ। ਵੈਟ ਦਾ 50% ਮਿਲਦਾ, ਤਾਂ ਵੈਟ ਤਾਂ ਫਿਰ ਜੇ ਅਗਰ ਸੈਂਟਰ ਗਵਰਨਮੈਂਟ ਇਹ ਰੂਲ ਹੀ ਕਰ ਦੇ ਕਿ ਉਹਨੂੰ GST ਅੰਦਰ ਲਿਆਵੇ, ਫਿਰ ਤਾਂ ਸਟੇਟ ਗਵਰਨਮੈਂਟ ਦਾ ਕੀ ਨਹੀਂ GST ਅਸੀਂ ਜਿਹੜਾ ਸਟੇਟ ਦਾ GST ਅਸੀਂ ਉਹਨੂੰ ਰਿਫੰਡ ਕਰਦੇ ਹਾਂ। GST ਰਿਫੰਡ ਕਰਦੇ। ਮੈਂ ਪੈਟਰੋਲ ਦੀ ਗੱਲ ਕਰ, ਪੈਟਰੋਲ ਨੂੰ ਹੀ GST ਦੇ ਅੰਡਰ ਲਿਆਵੇ। ਜਿਹੜਾ ਵੈਲਿਊ ਐਡਡ ਟੈਕਸ ਆ, ਉਹ ਵੈਲਿਊ ਐਡਡ ਟੈਕਸ ਉਹ ਇਹਨਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ GST ਦਾ ਪੈਸਾ ਨਹੀਂ ਵਾਪਸ ਆਉਂਦਾ। ਇਹਨਾਂ ਕੋਲੇ ਆਪਣੇ ਕੋਲੇ ਇਨਕਮ ਆਫ ਸੋਰਸ ਨਹੀਂ ਹੈਗੇ। ਮੇਰੀ ਗੱਲ ਸੁਣੋ ਹਰਦੇਵ ਜੀ, ਹਰਿਆਣਾ ਜਿਹੜਾ ਹੈਗਾ ਉਹਦੀ GDP ਦੇਖ ਲਓ ਤੁਸੀਂ, ਗਰੋਸ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਕਿੰਨਾ ਅੱਗੇ ਜਾ ਰਿਹਾ ਸੂਬਾ। ਉਹ ਹੋਰ ਕਿਤੇ ਜਿੱਥੇ BJP ਦੀਆਂ ਸਟੇਟ ਰੂਲਿੰਗਸ ਨੇ ਤੁਸੀਂ ਕੰਪੈਰੀਜ਼ਨ ਕਰੋ ਪੰਜਾਬ ਦੇ ਨਾਲ ਉਸਨੂੰ। ਗੱਲ ਪਤਾ ਕੀ ਹੈ, ਗੱਲ ਕੀ ਹੈ, ਸਾਡੇ ਜਿਹੜੇ BJP ਜਿਹੜਾ ਕਾਂਗਰਸ ਦਾ ਜਿਹੜੀ ਸਰਕਾਰ ਦੇ ਵਿੱਚ ਜਿਹੜੀ ਇਨਕਮ ਆਫ ਸੋਰਸ ਹੈ ਇਹਨੇ ਕੋਈ ਜਨਰੇਟ ਨਹੀਂ ਕੀਤਾ। ਇਹਨਾਂ ਨੇ ਇਨਕਮ ਆਫ ਸੋਰਸ ਜਨਰੇਟ ਨਹੀਂ ਕੀਤਾ। 2,73 ਕਰੋੜ ਦਾ ਜਿਹੜਾ ਹੈਗਾ ਕਰਜ਼ਾ, ਜਿਹੜਾ ਡੈਪਟ ਆ ਉਹ ਚੜਿਆ ਹੋਇਆ ਤੇ ਪਿਛਲੀਆਂ ਸਰਕਾਰਾਂ ਦੇ ਤੋਂ ਚੜ੍ਹਦਾ ਆਇਆ ਹੈਗਾ। ਤੇ 2024 ਤੱਕ 3.73 ਲੱਖ ਕਰੋੜ ਰੁਪਏ ਜਿਹੜਾ ਹੈਗਾ ਉਹ ਪੰਜਾਬ ਸਰਕਾਰ। ਜੀ ਬਿਲਕੁਲ, ਪੰਜਾਬ ਸਰਕਾਰ ਦੇ ਤੁਸੀਂ ਆਏ ਤਾਂ ਪੰਜਾਬ ਸਰਕਾਰ ਦੇ ਨਾਲ ਸੰਬੰਧੀ ਮੈਂ ਤੁਹਾਨੂੰ ਕੁਝ ਹੁਣ ਸਵਾਲ ਕਰਨਾ ਚਾਹੂੰਗਾ, ਕਿਉਂਕਿ ਸੈਂਟਰ ਤੋਂ ਪੰਜਾਬ ਵੱਲ ਆਉਂਦੇ ਆਪਾਂ
ਤੇ ਪੰਜਾਬ ਦੇ ਵਿੱਚ ਆਮ ਤੌਰ ਤੇ ਇੱਕ ਗੱਲ ਬੜੇ ਮੋٹے ਤੌਰ ਤੇ ਕਹੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਹੈ, ਹਰ ਚੀਜ਼ ਦੇ ਵਿੱਚ ਮਾਫੀ ਹੈ, ਚਾਹੇ ਰੇਤ ਮਾਫੀ ਹੈ, ਚਾਹੇ ਨਸ਼ਿਆਂ ਦਾ ਮਾਫੀ ਹੈ, ਚਾਹੇ ਭੂ ਮਾਫੀ ਹੈ, ਸਕੂਲ ਮਾਫੀਆ, ਹਰ ਜਗ੍ਹਾ ਤੇ ਮਾਫੀਆ। ਇਹ ਮਾਫੀਆ ਟਰਾਂਸਪੋਰਟ ਮਾਫੀਆ ਆ ਗਿਆ, ਇਹ ਮਾਫੀਆ ਇਸ ਕਦਰ ਵੱਧ ਚੁੱਕੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਇਕੱਲੀ ਜੋ ਮੌਜੂਦਾ ਕਾਂਗਰਸ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਰਹੀ ਹੈ, ਇਹਨਾਂ ਦਾ ਹੀ ਯੋਗਦਾਨ ਸੀ, ਜਾਂ ਆਪਾਂ ਅਗਰ ਤੁਹਾਡੀ ਪਾਰਟੀ ਆਉਂਦੀ ਹੈ ਤਾਂ ਇਸ ਮਾਫੀਆ ਨੂੰ ਕਿਵੇਂ ਨੱਥ ਪਾ ਸਕਦੀ ਹੈ? ਦੇਖੋ ਜੀ, ਗੱਲ ਇਹ ਹੈ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਤੁਸੀਂ ਅੰਕੜੇ ਕੱਢ ਲਓ, ਜਿੰਨੇ ਵੀ ਪੋਲੀਟੀਸ਼ੀਅਨ ਬਣੇ ਆ ਉਹ ਰਾਜ ਤੇ ਨੀਤੀ, ਰਾਜ ਦੀ ਨੀਤੀ ਕਰਨ ਲਈ ਬਣਦੇ। ਸਮਾਜ ਸੇਵਾ ਹੈਗੀ ਆ, ਇਹ ਵਪਾਰ ਦਾ ਵਪਾਰੀ ਕਰਨ ਆਪਣਾ ਸੈਲਫ ਡਿਵੈਲਪਮੈਂਟ ਵਾਸਤੇ ਨਹੀਂ ਪੰਜਾਬ ਰਾਜਨੀਤੀ ਦੇ ਵਿੱਚ ਕੋਈ ਆਉਂਦਾ। ਠੀਕ ਹੈ, ਆਪਣਾ ਇੱਕ ਖਰਚਾ ਆਪਣੇ ਪਰਿਵਾਰ ਦਾ ਕੱਢਣਾ, ਪਰ ਇਹ ਨਹੀਂ ਕਿ ਵੀ ਤੁਸੀਂ ਸਾਰੇ ਪੰਜਾਬ ਦੇ ਰਿਸੋਰਸਿਸ ਨੂੰ ਕਬਜ਼ਾ ਕਰ ਲਓ। ਤੁਸੀਂ ਹਜ਼ਾਰਾਂ ਕਿੱਲੇ ਜ਼ਮੀਨ, ਹਜ਼ਾਰਾਂ ਤੁਸੀਂ ਫੈਕਟਰੀਆਂ, ਹਜ਼ਾਰਾਂ ਤੁਸੀਂ ਪੂਰੇ ਸੂਬੇ ਦੀ ਇਕਨੋਮੀ ਤੁਸੀਂ ਜਿਹੜੀ ਹੈਗੀ ਆਪਣੇ ਘਰ ਦੇ ਵਿੱਚ ਬੰਦ ਕਰਕੇ ਕਮਰੇ ਵਿੱਚ ਰੱਖ ਦਿਓ। ਇਹ ਇੱਕ ਵੱਡਾ ਕਾਰਨ ਆ ਸਾਡੀ ਜਿਹੜੀ ਹੈਗੀ ਆ ਇਹ ਚੀਜ਼ਾਂ ਦੀ ਜਿਹੜੀ ਹੈਗੀ ਆ। ਭਾਵੇਂ ਤੁਸੀਂ ਮੰਨਦੇ ਹੋ ਵੀ ਮਾਫੀਆ ਹੈਗਾ? ਮਾਫੀਆ ਹੈ ਜੀ, ਰੇਤ ਮਾਫੀਆ ਹੈ, ਪੈਟਰੋਲ ਮਾਫੀਆ ਹੈ, ਮਾਈਨਿੰਗ ਹੈਗੀ ਆ, ਸ਼ਰਾਬ ਦੀ ਮਾਫੀਆ ਹੈ, ਸਾਰਾ ਵਿਚਰਦਾ। ਉਹਦੇ ਵਿੱਚ ਕਾਰਨ ਕੀ ਹੈ? ਕਿਉਂਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਆਏ ਨੇ ਉਹ ਇਸ ਬੈਕਗਰਾਊਂਡ ਦੇ ਆਏ ਨੇ ਕਿ ਉਹਨਾਂ ਦੀ ਸੋਚ ਇਦਾਂ ਦੀ ਨਹੀਂ ਸੀ। ਉਹਨਾਂ ਦੀ ਸੋਚ ਸੀ ਕਿ ਵੀ ਇਹਨਾਂ ਕੰਮਾਂ ਕਾਰਾਂ ਦੇ ਵਿੱਚ ਹਿੱਸੇ ਪਾ ਕੇ ਆਪਣੀ ਇਨਕਮ ਆਫ ਸੋਰਸ ਵਧਾ ਕੇ ਲੱਖਾਂ ਕਰੋੜਾਂ ਦੀ ਜ਼ਮੀਨ ਜਿਹੜਾ ਹੈਗਾ ਉਹ ਜੁਟਾਉਣੀ, ਤੇ ਇਸ ਤਰੀਕੇ ਨਾਲ ਪੰਜਾਬ ਸੂਬੇ ਦੀ ਜਿਹੜੀ ਹੈਗੀ ਅਰਥ ਵਿਵਸਥਾ ਨੂੰ ਜਿਹੜਾ ਹੈ ਇਹਨਾਂ ਨੇ ਢਾਹ ਲਾਈ ਹੈ। ਫਿਰ ਤੁਸੀਂ ਇਹ ਸਮਝਦੇ ਹੋ ਕਿ ਵੀ ਮਾਫੀਆ ਦੇ ਲਈ ਇਕੱਲਾ ਅਕਾਲੀ ਔਰ ਕਾਂਗਰਸੀ ਜ਼ਿੰਮੇਦਾਰ ਨੇ, ਬੀਜੇਪੀ ਨਹੀਂ ਹੈਗੇ? ਨਹੀਂ, ਤੁਸੀਂ ਮੈਨੂੰ ਗੱਲ ਦੱਸੋ, ਬੀਜੇਪੀ ਵੀ ਜਦੋਂ ਅਕਾਲੀ ਦੀ ਭਾਈਵਾਲ ਸਰਕਾਰ ਰਹੀ ਹੈ, ਤੁਸੀਂ ਫੇਰ ਉਹੀ ਗੱਲ ਕਰ ਰਹੇ ਹੋ, ਫੇਰ ਉਹੀ ਗੱਲਾਂ ਕਰ ਰਹੇ ਹੋ। ਤੁਸੀਂ ਇੱਕ ਫੈਕਟ ਤਾਂ ਲਿਆ ਕੇ ਦਿਖਾਓ, ਬੀਜੇਪੀ ਦਾ ਨਾਮ ਤੁਸੀਂ ਮੀਡੀਆ ਦੇ ਵਿੱਚ ਨਸ਼ਰ ਕਰੋ ਹੋ ਕਿ ਵੀ ਇਹ ਬੰਦੇ ਨੇ ਫਲਾਣੇ ਨੇ ਭਾਈ ਤੁਹਾਡੀ ਆ ਮਾਈਨਿੰਗ ਦੇ ਵਿੱਚ ਸੀ, ਆ ਸ਼ਰਾਬ ਮਾਫੀਆ ਦੇ ਵਿੱਚ ਸੀ, ਆ ਸਾਡਾ ਰੇਤ ਮਾਫੀਆ ਦੇ ਵਿੱਚ ਸੀ। ਤੁਸੀਂ ਇੱਕ ਵੀ ਵਿਅਕਤੀ ਦਾ ਬੀਜੇਪੀ ਦੇ ਲੀਡਰ ਦਾ ਨਸ਼ਰ ਕਰੋ ਤੁਸੀਂ। ਨਹੀਂ, ਅਗਰ ਬੀਜੇਪੀ ਦਾ ਨਾਮ ਨਹੀਂ ਆ ਰਿਹਾ, ਅਕਾਲੀ ਦਾ ਆ ਰਿਹਾ, ਤਾਂ ਅਕਾਲੀ ਦੇ ਨਾਲ ਭਾਜਪਾ ਦੇਖੋ ਹਿੰਦੂ ਭਾਈਵਾਲ ਦਾ ਰਹੇ ਨਾ। ਨਹੀਂ, ਦੇਖੋ ਸਾਡਾ ਕੀ ਸੀ ਸ਼ੁਰੂ ਦੇ ਵਿੱਚ, ਅਸੀਂ ਚਾਹੁੰਦੇ ਸੀਗੇ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਨੇ ਉਹ ਮਿਨੋਰਟੀ ਦੇ ਵਿੱਚ ਨੇ, ਤੇ ਅਸੀਂ ਹਿੰਦੂ ਸਿੱਖ ਦੋਨੇ ਭਾਈਚਾਰੇ ਦੇ ਇੱਕੋ ਹੀ ਅਸੀਂ ਪਰਿਵਾਰ ਦੇ ਬੰਦੇ ਆ, ਤੇ ਅਸੀਂ ਚਾਹੁੰਦੇ ਸੀਗੇ ਕਿ ਵੀ ਇਹ ਏਕਤਾ ਬਣੀ ਰਹੇ। ਉਸ ਏਕਤਾ ਨੂੰ ਨਿਭਾਉਣ ਲਈ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਦੇ ਰਹੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਵੀ ਇੱਥੇ ਜਿਹੜਾ ਹੈ 1984 ਦੇ ਵਿੱਚ ਜਿਹੜੇ ਦੰਗੇ ਕਾਂਗਰਸ ਸਰਕਾਰ ਨੇ ਜਿਹੜੇ ਕਰਾਏ ਸੀਗੇ, ਉਹ ਉਸ ਦਾ ਖਮਿਆਜਾ ਜਿਹੜਾ ਹੈਗਾ ਫਿਰ ਕਹਾਂ ਜਾ ਕੇ ਅਸੀਂ ਉਸ ਭਾਈਚਾਰੇ ਨੂੰ ਜੋੜਨ ਦੇ ਲਈ ਉਹਨਾਂ ਦੇ ਨਾਲ ਰਹੇ ਹਾਂ। ਜਿਹੜੀ ਕਿ ਮਜਬੂਰੀ ਬਸ ਤੁਸੀਂ ਉਹ ਜਿਹੜਾ ਭਾਈਚਾਰਾ ਬਸ ਤੁਸੀਂ ਇਹ ਲਾ ਲਓ, ਮਜਬੂਰੀ ਬਸ ਲਾ ਲਓ, ਜਾਂ ਇੱਕ ਸਿੱਖ ਭਾਈਚਾਰੇ ਦੇ ਨਾਲ ਹਿੰਦੂ ਭਾਈਚਾਰੇ ਦੀ ਜਿਹੜੀ ਏਕਤਾ ਬਣੀ ਰਹੇ। ਅਸੀਂ ਜਿਹੜਾ ਸੀਗਾ ਉਹ ਇੱਥੇ ਚਾਹੁੰਦੇ ਸੀਗੇ ਕਿ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਜਿਹੜੀ ਸਾਡੀ ਬਣੀ ਰਹੇ, ਤੇ ਅਸੀਂ ਪਰਿਵਾਰ ਅਸੀਂ ਦੇਖੋ ਉਹ ਮਿਲ ਜੁਲ ਕੇ ਰਹੀਏ। ਇਸੇ ਕਾਰਨ ਸ਼ਾਇਦ ਲੱਗਦਾ ਮੈਨੂੰ ਵੀ ਇਹ ਕਾਰਨ ਰਹੇ ਹੋਣਗੇ। ਅੱਛਾ, ਚਲੋ ਹੁਣ ਆਪਾਂ ਉੱਥੋਂ ਬੁਢਲਾਡੇ ਦੀ ਰਾਜਨੀਤੀ ਤੇ ਆ ਜਾਈਏ। ਬੁਢਲਾਡੇ ਦਾ ਹਾਲ ਤੁਹਾਨੂੰ ਸਭ ਨੂੰ ਪਤਾ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਬੁਢਲਾਡਾ ਵਾਸੀ ਹੋ। 2018 ਦੇ ਵਿੱਚ ਵੱਡੇ ਸੰਘਰਸ਼ ਹੋਏ, ਇੱਕ ਟ੍ਰੈਜਡੀ ਵੀ ਹੋਈ ਕਿ ਸਾਡੇ ਇੱਕ ਪ੍ਰਧਾਨ ਨੂੰ, ਸਾਬਕਾ ਪ੍ਰਧਾਨ ਨੂੰ ਆਪਣੀ ਜਾਨ ਗਵਾਉਣੀ ਪਈ। ਤਾਂ ਬੁਢਲਾਡੇ ਦੇ ਵਿਕਾਸ ਤੇ ਕਿਸੇ ਵੀ ਪਾਰਟੀ ਨੇ, ਕਿਸੇ ਵੀ MLA ਨੇ ਉਸ ਲੈਵਲ ਤੇ ਕੰਮ ਨਹੀਂ ਕੀਤਾ, ਜਾਂ ਉਸ ਲੈਵਲ ਤੇ ਕੰਮ ਨਹੀਂ ਹੋਇਆ ਬੁਢਲਾਡੇ ਦੇ ਵਿਕਾਸ ਤੇ। ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀਆਂ ਕਿਉਂ ਅਣਗੌਲਾ ਕਰਦੀਆਂ ਨੇ ਇਸ ਸ਼ਹਿਰ ਨੂੰ? ਐਕਚੁਅਲੀ 'ਚ ਜੀ ਗੱਲ ਇਹ ਨਹੀਂ ਹੈਗੀ, ਸਾਡੇ ਨਾ ਵਿਲ ਪਾਵਰ ਨਹੀਂ, ਕੋਈ ਅਸੀਂ ਲੀਡਰ ਜਦੋਂ ਚੁਣਦੇ ਆ ਸਾਡੇ ਅੰਦਰ ਇਹ ਸਾਡੀ ਜਿਹੜਾ ਮੈਂਟਲ ਇਹ ਸੋਚਦੇ ਨਹੀਂ ਵੀ ਇਹ ਵਿਅਕਤੀ ਯਾਰ ਲੀਡਰਸ਼ਿਪ ਦੇ ਵਿੱਚ ਕੋਈ ਆ ਰਿਹਾ, ਕੌਣ ਆ ਰਿਹਾ, ਇਸ ਨੂੰ ਕਿਵੇਂ ਅਸੀਂ ਐਨਾਲਾਈਸਿਸ ਕਰੀਏ, ਜਾਂ ਵੀ ਇਸ ਦੀ ਅਗਵਾਈ ਦੇ ਵਿੱਚ ਅਸੀਂ ਅੱਗੇ ਵੱਧ ਸਕਦੇ ਹਾਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਬੀਜੇਪੀ ਤੁਸੀਂ ਇਹ 3,73 ਕਰੋੜ 2024-25 ਤੱਕ ਬਣ ਜਾਏਗਾ ਪੰਜਾਬ ਦੇ ਉੱਤੇ, ਤੇ ਇਸ ਕੋਈ ਵੀ ਸਰਕਾਰ ਆ, ਭਾਵੇਂ ਈਵਨ ਕਿ ਆਮ ਆਦਮੀ ਪਾਰਟੀ ਹੈ ਜਿਹੜੇ ਕਿ ਐਡੇ ਢੰਡੋਰੇ ਅਰਵਿੰਦ ਕੇਜਰੀਵਾਲ ਜੀ ਆ ਕੇ ਪੰਜਾਬ 'ਚ ਉਹ ਕਰ ਰਹੇ ਆ। ਮੈਂ ਇੰਡੀਆ ਟੂਡੇ ਦੀ ਰਿਪੋਰਟ ਹੈ 2015 ਦੇ ਵਿੱਚ ਜਿਹੜਾ ਇਹਨਾਂ ਨੇ ਆਪਣਾ ਮੈਨੀਫੈਸਟੋ, ਚੋਣ ਮੈਨੀਫੈਸਟੋ ਸੀਗਾ, ਉਹਦੇ ਵਿੱਚ 70 ਵਾਅਦੇ ਪੂਰੇ ਕਰਨ ਦੀ ਗੱਲ ਕਰੀ ਸੀਗੀ। ਇੰਡੀਆ ਟੂਡੇ ਦੇ ਵਿੱਚ ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ। ਉਹਨਾਂ ਨੇ ਓਨਲੀ 31% ਜਿਹੜੇ ਹੈਗੇ ਆ ਆਪਣੇ ਵਾਅਦੇ ਪੂਰੇ ਹੈਗੇ, ਪੈਂਡਿੰਗ 60 ਪਏ ਨੇ, ਤੇ ਜਿਹੜੇ 9% ਜਿਹੜੇ ਕਿ ਕੁਛ ਨਹੀਂ ਪਤਾ ਵੀ ਉਹ ਕਿੱਥੇ ਨੇ। ਸਿਰਫ ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ ਦੇਖੋ, ਜੇ ਉਹ ਵੀ ਆ ਜਾਂਦੇ ਨੇ ਤਾਂ ਕੀ ਉਹ ਸੈਂਟਰ ਗਵਰਨਮੈਂਟ ਤੋਂ ਇਦਾਂ ਦੇ ਵੱਡੇ ਪ੍ਰੋਜੈਕਟ ਲੈ ਕੇ ਆ ਸਕਦੇ ਨੇ, ਤਾਂ ਇਸ ਦੀ ਇਕਨੋਮੀ ਸਥਿਤੀ ਨੂੰ ਸਹੀ ਕਰ ਸਕਦੇ ਨੇ? ਨਹੀਂ ਕਰ ਸਕਦੇ, ਕਿਉਂਕਿ ਜੇਕਰ ਇਸ ਸੂਬੇ ਦਾ ਵਿਕਾਸ, ਮੈਂ ਕਾਰਨ ਕਿਉਂ ਕਹਿਣਾ ਵੀ ਜੇ ਤਾਂ ਸਾਡੀ ਇੱਥੇ ਸਰਕਾਰ ਰਹੀ ਹੋਵੇ ਪੰਜਾਬ ਦੇ ਵਿੱਚ, ਤਾਂ ਮੈਂ ਤੁਹਾਨੂੰ ਕਹਿਦਾ ਵੀ ਯਾਰ ਉਸ ਟਾਈਮ ਸਾਡੀ ਸਰਕਾਰ ਸੀ, ਸਾਡੇ ਤੋਂ ਨਹੀਂ ਹੋ ਪਾਇਆ, ਸਾਡੀ ਸਰਕਾਰ ਆਈ ਨਹੀਂ ਇਸ ਸੂਬੇ ਦੇ ਵਿੱਚ। ਜੇਕਰ ਆਉਂਦੀ ਹੈ
ਅਸੀਂ ਤੁਹਾਨੂੰ ਇਹ ਕਹਿੰਦੇ ਆ ਕਿ ਇਹ ਨਹੀਂ ਕਿ 5 ਸਾਲਾਂ ਬਾਅਦ ਵੀ ਅਸੀਂ ਤੁਹਾਨੂੰ ਰਿਪੋਰਟ ਕਾਰਡ ਦੇਵਾਂਗੇ, 6 ਮਹੀਨਿਆਂ ਦੇ ਸਾਲ ਦੇ ਵਿੱਚ ਰਿਪੋਰਟ ਕਾਰਡ ਦੇਵਾਂਗੇ ਵੀ ਆਹ ਸਾਲ ਦੇ ਵਿੱਚ ਅਸੀਂ ਇਹ ਕਰਤਾ, ਇਹ ਸਾਲ ਦੇ ਵਿੱਚ ਅਸੀਂ ਇਹ ਕਰਤਾ। ਇਹ ਤੁਹਾਨੂੰ ਪੂਰੀ ਪ੍ਰੋਪਰ ਜਿਹੜੀ ਹੈਗੀ ਆ ਉਹ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਲੋਕਾਂ ਲਈ। ਤੇ ਮੇਰਾ ਹੁਣ ਕਹਿਣ ਦਾ ਮਤਲਬ ਇਹੀ ਹੈ ਕਿ ਵੀ ਹੁਣ ਸਾਡਾ ਸਟੇਟ ਦਾ ਗਵਰਨਮੈਂਟ ਹੁਣ RBI ਤੋਂ ਲੋਨ ਲੈ ਰਹੀ ਹੈ ਪੰਜਾਬ ਸਰਕਾਰ, 2100 ਕਰੋੜ ਰੁਪਇਆ, 400 ਕਰੋੜ ਰੁਪਇਆ। ਯਾਰ ਇਹ ਕਿੱਥੋਂ, ਸਾਡੇ ਬੱਚੇ ਕਿੱਥੋਂ ਭਰਨਗੇ? ਸਾਡੇ ਬੱਚੇ ਤਾਂ ਅਸੀਂ ਕੀ ਆਪਣੇ ਬੱਚਿਆਂ ਲਈ ਕਰਜ਼ਾ ਛੱਡ ਕੇ ਜਾਵਾਂਗੇ? ਇਹ ਕਦੇ ਸੋਚਿਆ ਸੁਣੇ? ਫਿਰ ਰਹੀ ਗੱਲ, ਤੁਸੀਂ ਇੱਥੋਂ ਦਾ ਇਨਵਾਇਰਨਮੈਂਟ ਦੇਖ ਲਓ ਪੰਜਾਬ ਦਾ, ਹਰ 9ਵੇਂ ਬੰਦੇ ਨੂੰ ਇੱਥੇ ਕੈਂਸਰ ਹੈ। ਮੈਂ ਕੈਂਸਰ ਦੀ ਤੁਹਾਨੂੰ ਰਿਪੋਰਟ ਦੱਸ ਦੇਣਾ, ਨਸ਼ਰ ਕਰ ਦੇਣਾ। ਇਨ ਦਾ ਪੰਜਾਬ ਕੰਟਰੀ ਬ੍ਰੈਡ ਫਾਸਟ ਈਟਿੰਗ ਪੀਪਲਸ ਕਮਸ 18ਵਾਂ ਬੰਦਾ ਸਾਡਾ ਡਿਸੀਜ਼ਸ ਐਵਰੀ ਡੇ, 18 ਬੰਦੇ ਡਿਸੀਜ਼ਸ ਇਸਦੇ ਹੁੰਦੇ ਨੇ। ਉਹਦਾ ਰੀਜ਼ਨ ਕੀ ਹੈ? ਇਹ ਕਿਹਨੇ ਕੀਤੀ ਹੈ? ਇਹ ਨਸ਼ਰ ਕੀਤੀ ਹੈ ਰਿਪੋਰਟ, ਸਟੇਟ ਗਵਰਨਮੈਂਟ ਨੇ ਨਸ਼ਰ ਕੀਤੀ ਹੈ ਇਹ। ਤੇ ਹੁਣ ਤੁਸੀਂ ਇੱਕ ਮੇਰੀ ਗੱਲ ਸੁਣੋ, ਡਾਕਟਰ JS ਠਾਕੁਰ ਨੇ PGI ਦੇ ਪ੍ਰੋਫੈਸਰ, ਉਹਨਾਂ ਨੇ ਸਾਫ਼ ਕਿਹਾ ਕਿ ਕੰਟੈਮੀਨੇਟਡ ਵਾਟਰ ਆ, ਕੈਮੀਕਲ ਫਰਟੀਲਾਈਜ਼ਰਸ ਨੇ। ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਪੰਜਾਬ ਦੀਆਂ ਜੜ੍ਹਾਂ ਨੂੰ ਖਿਲਾ ਰਹੀਆਂ ਨੇ। ਹੁਣ ਫਿਰ ਇੱਕ ਗੱਲ ਸੁਣੋ, ਮੈਂ ਜਦੋਂ ਚੰਡੀਗੜ੍ਹ ਰਹਿਣਾ ਤਾਂ ਮੇਰੇ ਕੋਲੇ ਛੋਟੇ ਬੱਚਿਆਂ ਦੇ ਬਲੱਡ ਕੈਂਸਰਾਂ ਵਾਸਤੇ ਇਲਾਜ ਕਰਾਉਣ ਵਾਸਤੇ ਕਹਿੰਦੇ ਸਿਫਾਰਿਸ਼ ਲਾ ਦਿਓ ਜੀ। ਤੇ ਮੈਂ ਕਹਿੰਦਾ 14 15 ਸਾਲਾਂ ਦੇ ਬੱਚੇ ਸਾਡੇ ਉੱਥੇ ਆ ਰਹੇ ਆ। ਫਿਰ ਇੱਕ ਗੱਲ ਹੋਰ ਸੁਣੋ, ਇਹ ਕਹਿ ਰਹੇ ਨੇ ਕਿੰਨੀਆਂ ਸਰਕਾਰਾਂ ਆਈਆਂ, ਕੋਈ PGI, ਕੋਈ ਹੈਲਥ ਏਮਸ, ਕਿੰਨੇ ਦਿੱਤੇ ਨੇ? ਦੱਸੋ ਤਾਂ ਸਹੀ ਮੈਨੂੰ। ਸੈਂਟਰ ਨੇ ਦਿੱਤੇ। ਇਹ ਕੰਮ ਸੂਬਿਆਂ ਦੇ ਨੇ, ਹਸਪੀਟਲ ਦੇਣਾ। ਇਹ ਤੁਸੀਂ ਤਿੰਨ ਸੂਚੀਆਂ ਨੇ ਕੇਂਦਰ ਸਰਕਾਰ ਦੇ ਵਿੱਚ, ਇੱਕ ਹੈਗੀ ਸੈਂਟਰ ਲਿਸਟ, ਇੱਕ ਸਟੇਟ ਲਿਸਟ, ਇੱਕ ਕਨਕਰੈਂਟ ਲਿਸਟ। ਜਿਹੜੇ ਹੈਲਥ ਤੇ ਐਜੂਕੇਸ਼ਨ ਆ ਉਹ ਸਟੇਟ ਦੀ ਉਹਦੇ ਵਿੱਚ ਲਿਸਟ ਦੇ ਵਿੱਚ ਆਉਂਦੇ ਨੇ। ਤੇ ਮੈਨੂੰ ਅੱਜ ਤੁਸੀਂ ਪਿਛਲੇ 50 ਸਾਲਾਂ ਦੇ ਵਿੱਚ ਜਿਹੜੇ ਰਿਕਾਰਡ ਕੱਢ ਕੇ ਦਿਖਾਓ, ਕਿਹੜਾ ਇਹਨਾਂ ਨੇ ਹਸਪੀਟਲ ਇੱਥੇ ਬਣਾਇਆ? ਦੱਸੋ। ਅੱਛਾ ਚਲੋ, ਇਹ ਸਮੱਸਿਆਵਾਂ ਨੇ ਜੋ ਤੁਸੀਂ ਗਣਾਈਆਂ, ਸਾਡੀਆਂ ਕੈਂਸਰ ਸਾਡੀ ਸਮੱਸਿਆ ਹੈਗੀ ਹੈ, ਆ ਤੁਸੀਂ ਇੱਕ ਦੋ ਹੋਰ ਗਣਾਈਆਂ ਨੇ, ਇਹ ਸਮੱਸਿਆਵਾਂ ਨੇ। ਇਹਨਾਂ ਦਾ ਹੱਲ ਕਰਨ ਲਈ ਤੁਹਾਡੇ ਕੋਲ ਏਜੰਡਾ ਕੀ ਹੈ? ਸਾਡੇ ਲਈ ਕੋਲ ਏਜੰਡਾ ਹੀ ਏਜੰਡਾ ਹੈ। ਸੈਂਟਰ ਗੌਰਮੈਂਟ ਦਾ ਸਾਥ ਹੋਊਗਾ, ਵੱਡੀਆਂ ਇਜ਼ਰਾਈਲ ਦੀਆਂ ਕੰਪਨੀਆਂ ਬੁਲਾ ਕੇ ਇੱਥੋਂ ਧਰਤੀ ਦੇ ਪਾਣੀ ਨੂੰ ਰਿਫਾਰਮ ਕਰਾਵਾਂਗੇ, ਇੱਥੋਂ ਦੀ ਜਨਰੇਸ਼ਨ ਨੂੰ ਬਚਾਵਾਂਗੇ, ਇੰਡਸਟਰੀ ਲੈ ਕੇ ਆਵਾਂਗੇ। ਗੋਬਿੰਦਪੁਰੇ ਵਰਗੇ ਥਾਵਾਂ ਤੇ ਜ਼ਮੀਨ ਐਕਵਾਇਰ ਹੋਈ ਆ, ਉੱਥੇ ਜਿਹੜਾ ਹੈਗਾ ਉੱਥੇ ਇੰਡਸਟਰੀ ਲਾਵਾਂਗੇ, ਹੋਰ ਵੀ ਕਰਕੇ ਇਹਨੂੰ ਇੰਡਸਟਰੀ ਜ਼ੋਨ ਦੇ ਵਿੱਚ ਕਨਵਰਟ ਕਰਾਂਗੇ। ਜੇ ਨਾ ਵੀ ਕਰ ਸਕੇ ਤਾਂ 1-2 ਇੰਡਸਟਰੀਆਂ ਲਿਆ ਕੇ 10-15 ਹਜ਼ਾਰ ਬੱਚਿਆਂ ਨੂੰ, ਮਾਨਸਾ ਜ਼ਿਲ੍ਹੇ ਦੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਦਵਾਵਾਂਗੇ। ਤੇ ਜਿਹੜੀ ਉਸ ਰੋਜ਼ਗਾਰ ਨਾਲ ਜਿਹੜੀ ਬੁਢਲਾਡਾ ਮਾਨਸਾ ਦਾ ਵਿਕਾਸ ਹੋਊਗਾ, ਜਿਹੜੇ MSME ਛੋਟੇ ਦੁਕਾਨਦਾਰ ਨੇ, ਛੋਟੇ ਵਪਾਰੀ ਨੇ, ਉਹਨਾਂ ਦੀ ਕਮਾਈ ਦੇ ਵਿੱਚ ਜਿਹੜੀ ਹੈਗੀ ਆ ਉਹ ਇਨਕਮ ਜਨਰੇਟ ਹੋਏਗੀ ਉਹਨਾਂ ਦੀ। ਇਹ ਇੱਕ ਏਜੰਡੇ ਦੇ ਨਾਲ ਆਵਾਂਗੇ, ਬਲੂਪ੍ਰਿੰਟ ਤਿਆਰ ਕਰਾਂਗੇ। ਇਦਾਂ ਨਹੀਂ ਕਿ ਵੀ ਮੂੰਹ ਜਵਾਨੀ ਗੱਲਾਂ ਕਰ ਲਾਂਗੇ ਵੀ ਹੁਣ ਕਾਂਗਰਸ ਕਰ ਰਹੀ ਹੈ ਕੀ ਹੈ। ਦੇਖੋ B.Ed ETT ਬੱਚੇ ਜਿਹੜੇ ਹੈਗੇ ਉਹ ਟੈਂਕੀਆਂ ਤੇ ਚੜੇ ਹੋਏ ਨੇ, ਅਜੇ ਤੱਕ ਨਹੀਂ ਗੱਲ ਕਰ ਰਹੀ। ਹੁਣ ਐਡਵਰਟਾਈਜ਼ਮੈਂਟ ਕੱਢੂਗੀ ਕੀ ਉਹ 1-1.5 ਮਹੀਨੇ ਦੇ ਵਿੱਚ 31 ਦਸੰਬਰ ਤੱਕ ਕੀ ਉਹ ਉਹਨਾਂ ਨੂੰ ਅਪਾਇੰਟਮੈਂਟਸ ਦੇ ਸਕਦੇ ਨੇ? ਹੈ ਕਿ ਅਨਇੰਪਲੋਇਮੈਂਟ ਸਾਡੀ ਜਿਹੜੀ ਹੈ ਨਾ, ਮੈਂ ਤੁਹਾਨੂੰ ਅੱਜ ਇਹ ਵੀ ਗੱਲ ਦੱਸਣਾ ਚਾਹੁੰਦਾ ਹੈਗਾ, ਟੋਟਲ 4.8% ਹੈ ਟੋਟਲ ਦੇਸ਼ ਦੇ ਅੰਦਰ, ਟੋਟਲ 4.8% ਹੈਗੀ ਆ। ਤੇ ਪੰਜਾਬ ਦੇ ਵਿੱਚ ਕਿੰਨੀ ਹੈ? 7.3% ਹੈ। ਇਹ ਰਿਪੋਰਟ ਹੈ ਅਨਇੰਪਲੋਇਮੈਂਟ ਦੀ। ਤੇ ਮੈਂ ਤੁਹਾਨੂੰ ਇਹ ਨਸ਼ਰ ਇਸ ਕਰਕੇ ਕਰ ਰਹੇ ਹਾਂ ਕਿ ਸਾਡਾ ਸੂਬਾ ਬਹੁਤ ਪਿੱਛੇ ਜਾ ਰਿਹਾ ਹੈ। ਹਰਦੇਵ ਜੀ, ਅਸੀਂ ਕੋਈ ਇਹ ਨਹੀਂ ਕਹਿ ਰਹੇ ਵੀ ਸਾਨੂੰ ਤੁਸੀਂ ਮੌਕਾ ਦਿਓ, ਪਰੰਤੂ ਮੈਂ ਇਹ ਗੱਲ ਕਹਿ ਰਿਹਾ ਕਿ ਪੂਰੇ ਪੰਜਾਬ ਵਾਸੀਆਂ ਨੂੰ ਕਿ ਵੀ ਤੁਸੀਂ ਕਿਸਾਨੀ ਮਸਲਾ ਤਾਂ ਚਲੋ ਦੇਖੋ ਅਸੀਂ ਹੱਲ ਕਰਾਂਗੇ ਹੀ ਕਰਾਂਗੇ ਹੈ। ਸਾਡੇ ਕਿਸਾਨੀ ਸਾਡੇ ਭਰਾ ਨੇ, ਉਹਨਾਂ ਦਾ ਪੂਰੀ ਹਮਦਰਦੀ ਹੈ ਸਾਡੀ। ਪਰੰਤੂ ਜਿਹੜਾ ਹੋਰ ਏਜੰਡੇ ਨੇ, ਤੁਸੀਂ 80-90 ਏਜੰਡੇ, ਭਾਵੇਂ ਮੈਡੀਕਲ ਹੈਲਥ ਹੈ, ਹੁਣ ਜੇ ਹੈਲਥ ਦੇਣੀ ਆ ਉਹ ਵੀ ਪ੍ਰਾਈਮ ਮਿਨਿਸਟਰ ਨੇ ਦੇਣੀ ਹੈ, ਜੇ ਐਜੂਕੇਸ਼ਨ ਦੇਣੀ ਆ ਉਹ ਵੀ ਸਰਵ ਸਿੱਖਿਆ ਅਭਿਆਨ ਦੇ ਰਾਹੀਂ ਮਿਡ ਡੇ ਮੀਲ ਦੇਣੀ ਹੈ, ਉਹ ਵੀ ਸੈਂਟਰ ਗੌਰਮੈਂਟ ਨੇ ਦੇਣੀ ਹੈ। ਜਦੋਂ ਕਿ ਬੇਸਿਕ ਤਾਂ ਇਹ ਚੀਜ਼ਾਂ ਤਾਂ ਫੰਡਾਮੈਂਟਲ ਰਾਈਟਸ ਟੂ ਗਿਵਨ ਬਾਈ ਦਾ ਸਟੇਟ ਗੌਰਮੈਂਟ। ਅੱਛਾ, ਕਿ ਹੁਣ ਕਿਉਂਕਿ 2022 ਦੀਆਂ ਚੋਣਾਂ 'ਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਤੇ ਚੋਣ ਮੈਨੀਫੈਸਟੋ ਹਾਲੇ ਤੱਕ ਆਪਣੀ ਪਾਰਟੀ ਦਾ ਤਿਆਰ ਹੋਇਆ ਨਹੀਂ, ਉਹ ਹੋ ਜਾਊਗਾ ਜੀ। ਉਹ ਮੇਰੇ ਖਿਆਲ ਉਸ 'ਤੇ ਕੰਮ ਚੱਲ ਰਿਹਾ, ਉਹ ਜਲਦੀ ਅਸੀਂ ਨਸ਼ਰ ਕਰ ਦਾਂਗੇ। ਜਦੋਂ ਵੀ ਸਪੋਜ਼ ਕਰੋ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਇਲੈਕਸ਼ਨ ਜਦੋਂ ਅਨਾਊਂਸਮੈਂਟ ਕਰੇਗਾ, ਉਸ ਦੇ ਦੌਰਾਨ ਅਸੀਂ ਉਸ ਆਪਣਾ ਏਜੰਡੇ ਜਿਹੜੇ ਹੈਗੇ ਉਹ ਲੈ ਕੇ ਆਵਾਂਗੇ। ਤੇ ਸਭ ਤੋਂ ਵਧੀਆ ਏਜੰਡਾ ਹੋਏਗਾ। ਤੇ ਵਿਦਨ ਅਸੀਂ ਤਾਂ ਇਹ ਵੀ ਕਹਿੰਦੇ ਹਾਂ, ਜੇਕਰ ਸਾਰੀਆਂ ਪਾਰਟੀਆਂ ਇਹ ਕਹਿੰਦੀਆਂ ਕਿ ਇਹਨੂੰ ਲੀਗਲ ਬਣਾ ਦਿਓ ਤਾਂ ਲੀਗਲ ਬਣਾਉਣ ਨੂੰ ਵੀ ਤਿਆਰ ਹਾਂ, ਕਿਉਂਕਿ ਸਾਡੇ ਵਿੱਚ ਕਰਨ ਦੀ ਸਮਰੱਥਾ ਹੈਗੀ ਹੈ। ਕਰਕੇ ਦਿਖਾਇਆ ਅਸੀਂ, ਹਰਿਆਣੇ 'ਚ ਕਰਕੇ ਦਿਖਾਇਆ। ਕੋਈ ਦੱਸੋ, ਪੇ ਕਮਿਸ਼ਨ ਹੈ ਮੁਲਾਜ਼ਮਾਂ ਦਾ। ਦੇਖੋ 2016 ਦੇ ਵਿੱਚ ਪੇ ਕਮਿਸ਼ਨ ਲੱਗਣਾ ਸੀ ਵੀਰ ਜੀ, 10 ਸਾਲਾਂ ਬਾਅਦ ਸੈਲਰੀ ਵਧੀ ਹੈ ਮੁਲਾਜ਼ਮਾਂ ਦੀ। ਤੇ ਇਹਨਾਂ ਨੇ ਅਜੇ ਤੱਕ 5 ਸਾਲ ਟਪਾਤੇ, 21 ਹੋ ਗਿਆ। ਤੇ 21 ਦੇ ਵਿੱਚ ਉਹ ਜਿਹੜਾ ਵਾਧਾ ਉਹ 10-12% ਦਾ ਦੇ ਰਹੇ ਨੇ। ਤੇ ਉਹ ਵੀ ਜਿਹੜਾ ਹੈ ਪਤਾ ਨਹੀਂ ਇਹਨਾਂ ਨੂੰ ਮਿਲੂਗਾ ਕਿ ਨਹੀਂ ਮਿਲੂ। ਵਿਚਾਰੇ ਸਟ੍ਰਾਈਕਸ ਤੇ ਬੈਠੇ ਆ, ਪੈਨ ਡਾਊਨ ਸਟ੍ਰਾਈਕਸ ਕਰ ਰੱਖੇ ਇਹਨਾਂ ਨੇ ਮੁਲਾਜ਼ਮਾਂ ਨੇ, ਤੇ ਉਹ ਵੀ ਨਹੀਂ ਦਿੱਤਾ। ਦੱਸੋ ਸਾਡੇ ਜਿੱਥੇ ਵੀ ਸੂਬੇ ਹੈਗੇ ਆ, ਕਿਹੜਾ ਪੇ ਕਮਿਸ਼ਨ ਆ ਜਿਹੜਾ ਅਸੀਂ ਰੋਕਿਆ? ਹੁਣ ਮਹਿੰਗਾਈ ਭੱਤਾ ਹੈ, ਉਹ ਹਰ ਸਾਲ ਦੇ ਵਿੱਚ 2 ਵਾਰ ਮਿਲਦਾ।
ਉਹ ਅਸੀਂ ਅਨਾਉਂਸਮੈਂਟਾਂ ਨਹੀਂ ਕਰਦੇ ਸਟੇਜ ਤੇ ਆ ਕੇ ਕਿ ਵੀ ਜੀ ਆ ਜਨਵਰੀ ਤੋਂ ਜੁਲਾਈ ਵਾਲਾ ਦੇਤਾ ਜੀ, ਜੁਲਾਈ ਤੋਂ ਦਸੰਬਰ ਵਾਲਾ ਦੇਤਾ। ਇਹ ਤਾਂ ਇੱਕ ਪ੍ਰੋਸੀਜਰ ਹੈ, ਇਹਨੇ ਹੋਣਾ ਹੈ। ਇਹ ਸੈਂਟਰ ਨੇ ਜਦੋਂ ਵੀ ਦਿੱਤਾ, ਕਦੇ ਵੀ ਪ੍ਰਧਾਨ ਮੰਤਰੀ ਨੇ ਆ ਕੇ ਸਟੇਜ ਤੇ ਨਹੀਂ ਕਿਹਾ ਕਿ ਜੀ ਮੈਨੇ ਜਨਵਰੀ ਤੋਂ ਜੁਲਾਈ ਵਾਲਾ ਡੀਏ ਦੇਤਾ। ਇਹ ਹੁਣ ਇਹਨਾਂ ਨੇ 11% ਡੀਏ ਦਿੱਤਾ, ਉਸ ਦੀ ਇਹਨਾਂ ਨੇ ਰੇਲ ਬਣਾ ਰੱਖੀ ਹੈ ਪੂਰੇ ਮੀਡੀਆ ਦੇ ਉੱਤੇ। ਜੇ ਅਸੀਂ 480 ਕਰੋੜ ਰੁਪਇਆ ਹੈਗਾ ਉਹ ਮੁਲਾਜ਼ਮਾਂ ਨੂੰ ਦੇਤਾ, ਉਹ ਭਾਈ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਔਨ ਦਾ ਸਟੇਜ। ਇਹ ਤਾਂ ਸਾਡਾ ਜਿਹੜਾ ਪੰਜਾਬ ਸਿਵਲ ਜਿਹੜਾ ਰੂਲਸ ਬਣੇ ਹੋਏ ਨੇ ਉਹਦੇ ਵਿੱਚ ਤੁਹਾਨੂੰ ਦੇਣਾ ਪੈਣਾ। ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਜੀ ਤੁਸੀਂ ਡੀਏ ਤੁਸੀਂ ਦੇ ਰਹੇ ਹੋ, ਇਹ ਤਾਂ ਤੁਹਾਡਾ ਬਣਦਾ ਹੱਕ ਹੈ, ਮੁਲਾਜ਼ਮਾਂ ਦਾ ਬਣਦਾ, ਉਹਨਾਂ ਦੇ ਸਰਵਿਸ ਰੂਲ ਦੇ ਵਿੱਚ ਲਿਖਿਆ ਹੋਇਆ ਇਹ ਗੱਲਾਂ। ਅੱਛਾ, ਤੇ ਇਹ ਦੱਸੋ ਜਿਵੇਂ ਹੁਣ ਵੱਡਾ ਸਵਾਲ ਖੜਾ ਹੋ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਕਾਂਗਰਸ 'ਚ ਉਹ ਅਸਤੀਫਾ ਦੇਣ ਤੋਂ ਬਾਅਦ 'ਚ ਬੀਜੇਪੀ ਦੇ ਵੱਡੇ ਲੀਡਰਾਂ ਦੇ ਸੰਪਰਕ ਦੇ ਵਿੱਚ ਹੈਗੇ ਸੀ ਔਰ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਜੁਆਇਨ ਕਰਨਗੇ ਔਰ ਬੀਜੇਪੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਹ ਦਾਅਵੇਦਾਰ ਹੋਣਗੇ। ਤਾਂ ਹੁਣ ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਹੈ ਪੰਜਾਬ ਲੋਕ ਕਾਂਗਰਸ, ਤੇ ਲੋਕ ਤਾਂ ਇਸ ਤਰ੍ਹਾਂ ਕਹਿ ਰਹੇ ਨੇ ਕਿ ਪੰਜਾਬ ਲੋਕ ਕਾਂਗਰਸ ਉਰਫ ਬੀਜੇਪੀ ਇਹ ਸਾਂਠ-ਗਾਂਠ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਪੋਲੀਟੀਕਲ ਦੇ ਵਿੱਚ, ਪੋਲੀਟਿਕਸ ਦੇ ਵਿੱਚ ਹਰੇਕ ਪਾਰਟੀਆਂ ਇਲੈਕਸ਼ਨਾਂ ਦੇ ਵਿੱਚ ਪੋਸਟ ਅਲਾਈਨਸ ਪ੍ਰੀ ਅਲਾਈਨਸ ਕਰਦੀਆਂ ਹੈਗੀਆਂ। ਉਹ ਦੇਖਦੀਆਂ ਨੇ ਵੀ ਕਿੱਥੇ ਕਿੰਨਾ ਸੈਕਟਰਾਂ ਦੇ ਵਿੱਚ ਜਾਂ ਕਿਹੜੀ ਪਾਰਟੀਆਂ ਦੇ ਕੀ ਹੈ, ਜਾਂ ਉਹਨਾਂ ਦੀ ਸਾਡੀ ਹਮ ਵਿਚਾਰੀ ਜਿਹੜੀ ਪਾਰਟੀ ਜਿਹਦੇ ਨਾਲ ਸਾਡੇ ਵਿਚਾਰ ਮਿਲਦੇ ਉਹਨਾਂ ਨਾਲ ਉਹ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਭਾਵੇਂ ਕੋਈ ਵੀ ਪਾਰਟੀਆਂ ਨੇ, ਤੁਸੀਂ ਹੋਰ ਵੀ ਪਾਰਟੀਆਂ ਦੇਖ ਲਓ ਪੰਜਾਬ ਦੀਆਂ ਜਾਂ ਸੈਂਟਰ ਦੀਆਂ ਵਿੱਚ ਦੇਖ ਲਓ, ਉਹ ਕਰਦੀਆਂ ਨੇ। ਐਨਡੀਏ ਬਣਿਆ ਹੋਇਆ ਆਲਰੇਡੀ, ਯੂਪੀਏ ਬਣਿਆ ਹੋਇਆ, ਐਨਡੀਏ ਸਾਡਾ ਹੈਗਾ ਤੇ ਯੂਪੀ ਉਹਨਾਂ ਦਾ, ਉਹ ਕਰਦੇ ਛੋਟੀ ਮੋਟੀਆਂ ਪਾਰਟੀਆਂ ਜਿਹੜੀਆਂ ਨੇ। ਪਰ ਇੱਕ ਗੱਲ ਮੈਂ ਤੁਹਾਨੂੰ ਸਾਫ਼ ਇੱਥੇ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਹੋ ਕੇ ਨਿਭਰੇਗੀ। ਅੱਛਾ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਅਲਾਈਅੰਸ ਹੋ ਸਕਦਾ ਹੈ ਕੈਪਟਨ ਦੀ ਪਾਰਟੀ ਨਾਲ? ਦੇਖੋ ਜੀ, ਮੈਂ ਇਸ ਗੱਲ ਦੇ ਵਿੱਚ ਮੇਰੀ ਕਿਹੜੀ ਜ਼ਰੂਰੀ, ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈਗਾ। ਉਹਨਾਂ ਦੀ ਆਪਦੀ ਪਾਰਟੀ ਹੈ, ਉਹਨਾਂ ਨੇ ਗੱਲ ਕਰੀ ਹੋਊਗੀ ਹਾਈ ਕਮਾਂਡ ਦੇ ਨਾਲ ਜਾਂ ਕਿਵੇਂ ਵੀ ਹੈ। ਜੇ ਜਿੱਦਾਂ ਦਾ ਵੀ ਹੋਊਗਾ ਉਹ ਪਾਰਟੀ ਦਾ ਫੈਸਲਾ ਹੋਏਗਾ ਤੇ ਉਹ ਸਾਡੇ ਸਿਰ ਮੱਥੇ ਹੋਏਗਾ, ਇਹਦੇ ਵਿੱਚ ਕੋਈ ਹੈ ਨਹੀਂ। ਪਰ ਇੱਕ ਗੱਲ ਮੈਂ ਤੁਹਾਨੂੰ ਸਾਫ਼ ਕਹਿਣਾ ਚਾਹੁੰਦਾ ਕਿ ਬੀਜੇਪੀ ਜਿਹੜੀ ਆ ਉਹ ਵੱਡੀ ਪਾਰਟੀ ਜਿਹੜੀ ਹੈ ਬਣ ਕੇ ਇਲੈਕਸ਼ਨ ਲੜੇਗੀ ਪੰਜਾਬ ਦੇ ਵਿੱਚ। ਅੱਛਾ, ਕਿਉਂਕਿ ਕੈਪਟਨ ਨੂੰ ਲੋਕ ਵੈਸੇ ਅੱਜ ਦੀ ਘੜੀ ਜੋ ਲੋਕ ਪਸੰਦ ਨਹੀਂ ਕਰ ਰਹੇ, ਕਿਉਂਕਿ ਜੋ ਵਾਅਦੇ ਲੈ ਕੇ ਉਹ ਆਏ ਸੀਗੇ, ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਉਹ ਪੂਰੇ ਨਹੀਂ ਕੀਤੇ, ਲਾਰੇ ਲਾਏ ਨੇ। ਅਗਰ ਤੁਸੀਂ ਉਹਦੇ ਨਾਲ ਅਲਾਈਅੰਸ ਕਰਦੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਪਾਰਟੀ ਨੂੰ ਘਾਟਾ ਹੋਊਗਾ? ਦੇਖੋ, ਮੈਂ ਆਹੀ ਤੱਕ ਮੈਂ ਤੁਹਾਨੂੰ ਪਹਿਲੀ ਜਦੋਂ ਮੇਰੀ ਗੱਲ, ਤੁਸੀਂ ਪਹਿਲੀ ਇਹ ਗੱਲ ਕਰ ਚੁੱਕੇ ਹੋ, ਮੈਂ ਪਹਿਲਾਂ ਹੀ ਗੱਲਾਂ ਇਹ ਕਹਿ ਕੇ ਵੀ ਕੋਈ ਸੂਬਾ ਸੈਂਟਰ ਤੋਂ ਬਗੈਰ ਚੱਲ ਹੀ ਨਹੀਂ ਸਕਦਾ। ਜੇ ਸੈਂਟਰ ਤੋਂ ਜੇਕਰ ਉਹਨਾਂ ਕੋਲੇ ਫੰਡ ਹੁੰਦਾ, ਜੇ ਸੈਂਟਰ ਦੇ ਮਿਲਵਰਤਨ ਦੀ ਪਾਰਟੀ ਇੱਥੇ ਹੁੰਦੀ ਤਾਂ ਉੱਥੇ ਗੱਫੇ ਲਿਆਉਂਦੀ ਉਹ ਤੇ ਵੰਡ ਦਿੰਦੀ ਲੋਕਾਂ ਨੂੰ, ਤੇ ਇਨਫਰਾਸਟ੍ਰਕਚਰ ਵੀ ਹੋ ਜਾਂਦਾ, ਇੰਡਸਟਰੀ ਵੀ ਆ ਜਾਂਦੀ, ਅਨਐਮਪਲੋਇਮੈਂਟ ਵੀ ਖਤਮ ਹੁੰਦੀ। ਸਿੱਧੇ ਤੌਰ ਤੇ ਕਹਿਣਾ ਚਾਹੁੰਦੇ ਹੋ ਜੇ ਇੱਥੇ ਬੀਜੇਪੀ ਸਰਕਾਰ ਹੁੰਦੀ ਤਾਂ ਫੰਡ ਆਉਂਦੇ, ਅਗਰ ਕਾਂਗਰਸ ਦੀ ਨਹੀਂ ਫੰਡ। ਦੇਖੋ ਜੀ, ਗੱਲ ਸੁਣੋ ਮੇਰੀ, ਫਿਰ ਨਹੀਂ ਆਪਣੇ ਇਨਕਮ ਸੋਰਸ ਜਨਰੇਟ ਕਰੋ, ਫਿਰ ਸਾਡੇ ਨਾਮ ਤੇ ਥੋੜੀ ਨਾ ਰਾਜਨੀਤੀ ਕਰੋਗੇ ਤੁਸੀਂ। ਜਦੋਂ ਕੋਈ ਸਟੇਟ ਆਊਗੀ ਤਾਂ ਸਟੇਟ ਆਪਣੀ ਇਨਕਮ ਸੋਰਸ ਜਨਰੇਟ ਕਰੇ, ਜਿਹੜਾ ਸਾਡਾ ਬਣਦਾ ਉਹ ਦੇ ਰਹੇ ਹਾਂ ਅਸੀਂ ਦੇ ਰਹੇ ਹਾਂ। ਜੇ ਤੁਹਾਡੀ ਸਰਕਾਰ ਹੁੰਦੀ ਤਾਂ ਸ਼ਾਇਦ ਵੱਧ ਲਿਆਉਂਦੇ। ਹਾਂ, ਵੱਧ ਲਿਆ। ਦੇਖੋ ਮੇਰੀ ਗੱਲ ਸੁਣੋ, ਜਦੋਂ ਕੋਈ ਭਰਾ ਹੁੰਦਾ ਹੈ ਤਾਂ ਇਹ ਗੱਲ ਦੇ ਵਿੱਚ ਕੋਈ ਦੁਹਰਾਈ ਨਹੀਂ। ਸਾਡੀ ਪਾਰਟੀ ਇੱਥੇ ਹੋਊਗੀ ਤਾਂ ਅਸੀਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਡੀ ਗੱਲ ਤੋਂ ਮੈਨੂੰ ਉਹ ਐਗਜ਼ਾਮਪਲ ਚੇਤੇ ਆ ਰਹੀ ਹੈ ਕਿ ਜਿਸ ਤਰ੍ਹਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਅੰਨੀ ਵੰਡੀ ਰੋੜੀਆਂ ਮੁੜ ਆਪਣਿਆਂ ਨੂੰ, ਤਾਂ ਸਰਕਾਰਾਂ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਕਿਉਂ ਹੈ ਜੀ ਇਹ? ਹਰਦੇਵ ਜੀ, ਫਿਰ ਤੁਸੀਂ ਗਲਤ ਇੰਟਰਪ੍ਰੀਟ ਕਰ ਰਹੇ ਹੋ। ਜੇ ਸਾਡੀ ਪਾਰਟੀ ਇੱਥੇ ਹੋਏਗੀ ਤਾਂ ਅਸੀਂ ਐਫਰਟਸ ਕਰਾਂਗੇ ਨਾ। ਉਹਨਾਂ ਤੁਸੀਂ ਗੱਲ ਹੁਣ ਤੁਸੀਂ ਕੀ ਸੋਚ ਰਹੇ ਹੋ ਕਿ ਸੈਂਟਰ ਗਵਰਨਮੈਂਟ ਪੰਜਾਬ 'ਚ ਕੁਝ ਦੇ ਨਹੀਂ ਰਹੀ? ਵੀਰ ਜੀ, ਇਹ ਇੰਪਲੀਮੈਂਟੇਸ਼ਨ ਨਹੀਂ ਕਰ ਰਹੀ। ਇੰਪਲੀਮੈਂਟੇਸ਼ਨ ਤੁਸੀਂ ਗਰਾਊਂਡ ਤੇ ਜਾਓ। ਆਪਾਂ ਸਟੂਡੀਓ ਦੇ ਵਿੱਚ ਬਹਿ ਕੇ ਨਹੀਂ ਸਰਵੇ ਕਰ ਸਕਦੇ। ਸੁਣੋ ਮੇਰੀ ਗੱਲ, ਤੁਸੀਂ ਗਰੀਬਾਂ ਦੇ ਵਿੱਚ ਜਾਓ। ਸਾਡਾ ਜਦੋਂ ਤੱਕ ਰੂਰਲ ਡਿਵੈਲਪਮੈਂਟ ਨਹੀਂ ਹੋਏਗੀ, ਲੋਕਾਂ ਦੇ ਮਕਾਨ ਨਹੀਂ ਇਹਨਾਂ ਨੇ ਪੈਸੇ ਪੈਣ ਦਿੱਤੇ ਹੈਗੇ। ਉਹਨਾਂ ਦੀ ਫਾਈਲਾਂ ਬਣਾਉਣ ਵਾਸਤੇ 2-2000 1500 ਰੁਪਇਆ ਲੈ ਲਿਆ ਗਰੀਬਾਂ ਤੋਂ, ਤੇ 1,75,000 ਰੁਪਇਆ ਪ੍ਰਧਾਨ ਮੰਤਰੀ ਨੇ ਮਕਾਨਾਂ ਦਾ, ਆਯੁਸ਼ਮਾਨ ਕਾਰਡ ਨਹੀਂ ਬਣੇ ਲੋਕਾਂ ਦੇ। ਯਾਰ, ਪ੍ਰਧਾਨ ਮੰਤਰੀ ਨੇ ਥੋੜੀ ਰੋਕੇ ਨੇ ਉਹ। ਵੈਸੇ ਲੋਕ ਤਾਂ ਇਸ ਤੱਕ ਵੀ ਕਹਿ ਰਹੇ ਨੇ ਕਿ ਹੁਣ ਤੱਕ ਜਿਹੜੀ ਸਰਕਾਰ ਰਹੀ ਹੈ ਪੰਜਾਬ 'ਚ ਕਾਂਗਰਸ ਦੀ ਨਹੀਂ ਰਹੀ ਬਲਕਿ ਬੀਜੇਪੀ ਦੀ ਰਹੀ ਹੈ, ਕਿਉਂਕਿ ਕੈਪਟਨ ਨੇ ਬੀਜੇਪੀ ਦੇ ਨਾਲ ਅੰਦਰੂਨੀ ਸਮਝੌਤਾ ਕਰਕੇ ਸਰਕਾਰ ਚਲਾਈ ਹੈ। ਨਹੀਂ, ਇਹ ਗੱਲਾਂ ਗਲਤ ਨੇ, ਕਿਉਂਕਿ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਨੂੰ ਤਾਲਮੇਲ ਕਰਨਾ ਪੈਂਦਾ ਸੈਂਟਰ ਤੋਂ, ਕਿਉਂਕਿ ਹਰੇਕ ਚੀਜ਼ ਜਿਹੜੀ ਹੈਗੀ ਆ, ਭਾਵੇਂ ਕਿਉਂਕਿ ਸਾਡਾ ਬਾਰਡਰ ਸਟੇਟ ਹੈਗਾ, ਬਾਰਡਰ ਸਟੇਟ ਹੋਣ ਕਰਕੇ ਰਿਪੋਰਟ ਜਾਂਦੀ ਹੈ ਹੋਮ ਮਿਨਿਸਟਰੀ ਦੀ, ਕਿਉਂਕਿ ਕੈਪਟਨ ਹੋਮ ਮਿਨਿਸਟਰ ਵੀ ਸੀਗੇ ਨਾਲ ਕਿਉਂਕਿ ਡਰੋਨ ਦਾ ਜਿਹੜਾ ਸਿਸਟਮ ਸੀਗਾ ਜਾਂ ਪੰਜਾਬ ਦੇ ਵਿੱਚ ਹੀਰੋਇਨ ਸਮਗਲਿੰਗ ਜਿਹੜੀ ਹੋ ਰਹੀ ਸੀਗੀ। ਕਿਉਂਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਆਹ ਹੁਣ ਪਿੱਛੇ BSF ਦੀ ਜੂਰਿਸਡਿਕਸ਼ਨ 50 ਕਿਲੋਮੀਟਰ ਸੀ ਸੀਡ ਕਰਤੀ। ਮੈਂ ਰਿਪਲਾਈ ਦਿੰਦਾ ਤੁਹਾਡਾ,
ਆ ਨੈਕਸਟ 5-6 ਦਿਨਾਂ ਦੇ ਵਿੱਚ ਕਿਉਂ ਨਹੀਂ ਸਾਡੇ ਤੋਂ ਇੰਨੀ ਹੀਰੋਇਨ ਫੜੀ ਹੈ ਇਹਨਾਂ ਨੇ BSF ਦੇ ਤੇ ਕਾਊਂਟਰ ਇੰਟੈਲੀਜੈਂਸ ਦੇ ਬੰਦਿਆਂ ਨੇ ਤੇ ਇੰਨੇ ਮੈਗਜ਼ੀਨ ਫੜੇ ਨੇ ਕਿਉਂ ਜੇ ਉਹ ਆ ਜਾਂਦੇ ਨੇ ਤਾਂ ਉਹ ਕਿਸ ਦੀ ਅਮਨ ਸ਼ਾਂਤੀ ਕਿਹਦੀ ਖਰਾਬ ਹੋਏਗੀ ਪੰਜਾਬ ਸੂਬੇ ਦੀ ਅਮਨ ਸ਼ਾਂਤੀ ਖਰਾਬ ਹੋਏਗੀ ਤੇ ਜੇ ਪੰਜਾਬ ਅਸੀਂ ਤਾਂ ਮੌਕਾ ਦਿੱਤਾ ਨਾ 60 ਸਾਲ ਵੀ ਆ ਨਸ਼ੇ ਨੂੰ ਰੋਕ ਲਓ ਤੁਸੀਂ ਹਰਦੇਵ ਜੀ ਬੁਲਾਡੇ ਦੇ ਹੋ ਨਾ ਹੈਗੇ ਹੋ ਤੁਸੀਂ ਐਂ ਕਰੋ ਸੱਚੀ ਇਮਾਨਦਾਰੀ ਨਹੀਂ ਦੱਸੋ ਕਿੰਨੇ ਮੁੰਡੇ ਸਮੈਕ ਦੇ ਨਾਲ ਦੀ ਭੇਟ ਚੜੇ ਆ ਮੈਂ ਕਰਾਵਾਂ ਤੁਹਾਨੂੰ ਸਿਰੇ ਲਾ ਕੇ ਮੈਂ ਨਾਮ ਨਸ਼ਰ ਇਸ ਲਈ ਮੀਡੀਆ ਤੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੀ ਛੋਟੀ ਸ਼ਹਿਰ ਹੈ ਤੇ ਇਹਦੇ ਵਿੱਚ ਇਹ ਹੋ ਜਾਏਗਾ ਜੀ ਕਈਆਂ ਨੇ ਤਾਂ ਪਰਦੇ ਰੱਖੇ ਹੋਏ ਨੇ ਜੀ ਸਾਡਾ ਬੱਚਾ ਗੁਰਦੇ ਦੀ ਕਿਡਨੀ ਖਰਾਬ ਹੋ ਕੇ ਮਰ ਗਿਆ ਪਰੰਤੂ ਉਹਦੇ ਪਿੱਛੇ ਕਨਸੀਕੁਐਂਸਸ ਜਿਹੜੇ ਹੈਗੇ ਆ ਉਹ ਸਮੈਕ ਦੇ ਨਸ਼ੇ ਦੇ ਨੇ ਹੀਰੋਇਨ ਦੇ ਨੇ ਤਸਕਰੀ ਦੇ ਨੇ ਮੈਂ ਤੁਹਾਨੂੰ ਹੁਣ ਇੱਕ ਰਿਪੋਰਟ ਦੇਣਾ ਡਰੱਗ ਦੀ ਇਕਨੋਮਿਕ ਟਾਈਮ ਦੀ ਰਿਪੋਰਟ ਆ 9000 ਟਨ ਜਿਹੜੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਹੈ ਓਪੀਅਮ ਜਿਹੜੀ ਹੈਗੀ ਹੈ ਪੋਟੈਂਸ਼ੀਅਲ ਓਪੀਅਮ ਪ੍ਰੋਡਿਊਸ ਹੋ ਰਹੀ ਹੈ ਤੇ 85-87% ਇਨਕਰੀਜ਼ ਹੋਈ ਹੈ ਜੀ ਉਹਦਾ ਇਨਕਰੀਜ਼ ਹੋਣ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਆ ਰਹੀ ਆ ਉਹ ਰਕੇਸ਼ ਜੀ ਇਹ ਸਮੱਸਿਆਵਾਂ ਨੇ ਇਹ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੀਆਂ ਨਹੀਂ ਹੈਗੀਆਂ ਨਵੀਆਂ ਨਹੀਂ ਹੈਗੀਆਂ ਇਹ ਪੁਰਾਣੀਆਂ ਨੇ ਆਪਾਂ ਸਮੱਸਿਆਵਾਂ ਦੀ ਗੱਲ ਨਹੀਂ ਕਰ ਰਹੇ ਆਪਾਂ ਤੁਹਾਡੇ ਏਜੰਡੇ ਦੀ ਗੱਲ ਕਰ ਰਹੇ ਹਾਂ ਜਿਹਦੇ 'ਚ ਇਹਨਾਂ ਸਮੱਸਿਆਵਾਂ ਦੇ ਹੱਲ ਹੋਣਗੇ ਖੈਰ ਹੁਣ ਆਪਾਂ ਗੱਲ ਕਰਦੇ ਹਾਂ ਬੁਢਲਾਡੇ ਦੀ ਤਾਂ ਬੁਢਲਾਡੇ ਲਈ ਅਜਿਹਾ ਕਿਹੜਾ ਵਿਸ਼ੇਸ਼ ਅੰਡਾ ਹੈ ਅਜਿਹੀ ਕਿਹੜੀ ਸਿੰਗੀ ਹੈ ਤੁਹਾਡੇ ਕੋਲ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਆਪਣੀ ਯਕੀਨ ਦਿਵਾਓਗੇ ਜਾਂ ਕਹਿ ਲਓ ਭਰਮਾ ਲਓਗੇ ਕਿ ਉਹ ਤੁਹਾਨੂੰ ਵੋਟ ਪਾਉਣ ਅਗਰ ਤੁਸੀਂ BJP ਦੇ ਉਮੀਦਵਾਰ ਹੁੰਦੇ ਹੋ ਤਾਂ ਉਹ ਕਿਹੜਾ ਪਲਾਨ ਹੈ ਉਹ ਕਿਹੜਾ ਏਜੰਡਾ ਬੁਢਲਾਡੇ ਸ਼ਹਿਰ ਲਈ ਜਿਹਦੇ ਨਾਲ ਤੁਸੀਂ ਬੁਢਲਾਡੇ ਸ਼ਹਿਰ ਨੂੰ ਥੋੜ੍ਹਾ ਜਿਹਾ ਲੋਕਾਂ ਦੀਆਂ ਨਜ਼ਰਾਂ 'ਚ ਲਿਆ ਸਕੋ ਪਾਰਟੀਆਂ ਦੀਆਂ ਨਜ਼ਰਾਂ 'ਚ ਲਿਆ ਸਕੋ ਕਿ ਬੁਢਲਾਡੇ ਦਾ ਕੁਝ ਬਣ ਜਾਏ ਦੇਖੋ ਇਹ ਪਤਾ ਕੀ ਆ ਇਹ ਇੱਕ ਮੈਨੀਫੈਸਟੋ ਤਿਆਰ ਹੋਊਗਾ ਹਰੇਕ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕਿਹੜੇ ਸੈਕਟਰ ਨੂੰ ਕਿਹੜੇ ਸ਼ਹਿਰ ਨੂੰ ਕੀ ਚਾਹੀਦਾ ਇਹ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਇਹ ਅਸੀਂ ਬਹਿ ਕੇ ਕਰਾਂਗੇ ਤੇ ਸਾਡੇ ਹੋ ਵੀ ਰਹੇ ਨੇ ਤੁਸੀਂ ਇੱਕ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੀ ਕਰੋਗੇ ਅਸੀਂ ਜਦੋਂ ਇੰਡਸਟਰੀ ਲੈ ਕੇ ਆਵਾਂਗੇ 70% ਤਾਂ ਲੋਕਾਂ ਦੀ ਇਨਕਮ ਵੱਜੂਗੀ ਟੈਕਸਸ ਆਉਣ ਲੱਗ ਜਾਣਗੇ ਜਦੋਂ ਟੈਕਸਸ ਮਿਊਨਿਸਪਲ ਕਮੇਟੀ ਦੇ ਨੂੰ ਆਉਣ ਲੱਗ ਗਏ ਜਾਂ ਪੰਚਾਇਤਾਂ ਨੂੰ ਆਉਣ ਲੱਗ ਗਏ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਉਹਨਾਂ ਦੀ ਇਨਕਮ ਜਨਰੇਟ ਹੋ ਜੂਗੀ ਤੇ ਉਹਨਾਂ ਨੇ ਡਿਵੈਲਪਮੈਂਟ ਦੇ ਵਿੱਚ ਲੋਕਲ ਡਿਵੈਲਪਮੈਂਟ ਦੇ ਵਿੱਚੋਂ ਲਾਣਾ ਹੈ ਤੇ ਜਿਹੜੇ ਬਾਕੀ ਜਿਹੜੇ ਮੁੱਦੇ ਨੇ ਸੈਂਟਰ ਤੇ ਸਟੇਟ ਵਾਲੇ ਦੇਣ ਵਾਲੇ ਉਹ ਵੀ ਦੇਵਾਂਗੇ ਉਹ ਕਿਉਂ ਨਹੀਂ ਦੇਵਾਂਗੇ ਤੁਸੀਂ ਕਹਿੰਦੇ ਵੀ ਇਹੋ ਜਿਹਾ ਕੀ ਸਿੰਗੀ ਕਰੋਗੇ ਸਿੰਗੀ ਨਹੀਂ ਕਰਾਂਗੇ ਜਦੋਂ ਐਦਾਂ ਦੇ ਅਸੀਂ ਪਿੰਨ ਪੁਆਇੰਟ ਕਰਾਂਗੇ ਇੰਡਸਟਰੀ ਲੈ ਕੇ ਆਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਉਹਦੇ ਨਾਲ ਤੁਸੀਂ ਤੁਹਾਡੀ ਲੋਕਲ ਜਿਹੜੀ ਗਵਰਨਮੈਂਟ ਹੈ ਮਿਊਨਿਸਪਲ ਕਾਰਪੋਰੇਸ਼ਨ ਹੈ ਜਾਂ ਪੰਚਾਇਤੀ ਰਾਜ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਹੈਗੀ ਇਨਕਮ ਜਨਰੇਟ ਹੋਏਗੀ ਉਹਨਾਂ ਨੇ ਉਹ ਲੋਕਲ ਵੈਲਫੇਅਰ ਦੇ ਲਈ ਉਸ ਨੂੰ ਐਕਸਪੈਂਡੀਚਰ ਕਰਨਾ ਹੈਗਾ ਕਿਉਂ ਨਹੀਂ ਲੱਖਾਂ ਕਰੋੜਾਂ ਦੇ ਵਿੱਚ ਟੈਕਸ ਰੈਵਨਿਊ ਇਕੱਠਾ ਹੋਏਗਾ ਭਾਈ ਸਾਹਿਬ ਉਹ ਤੁਸੀਂ ਉਸ ਨੂੰ ਤੁਸੀਂ ਦੇਖਿਓ ਜਦੋਂ ਇੱਕ ਦਾ ਦੋ ਇੰਡਸਟਰੀਆਂ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਲੱਗ ਗਈਆਂ ਤਾਂ ਤੁਸੀਂ ਮਾਨਸਾ ਜ਼ਿਲ੍ਹੇ ਦੀ ਇਸ ਨੂੰ ਦੇਖੋਗੇ ਕਿ ਵੀ ਯਾਰ ਇਹ ਇੱਥੇ ਪਾਰਕ ਵੀ ਬਣ ਜਾਣਗੇ ਇੱਥੇ ਗਰਾਊਂਡ ਵੀ ਬਣ ਜਾਣਗੇ ਇੱਥੇ ਸਾਰੇ ਬਣ ਜਾਣਗੇ ਕਿਉਂਕਿ ਟੈਕਸ ਆਏਗਾ ਲੋਕਲ ਟੈਕਸ ਆਏਗਾ ਉਹਨਾਂ ਦਾ ਇੰਡਸਟਰੀਆਂ ਦਾ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਬੁਢਲਾਡਾ ਦੇ ਪਾਸੇ ਹੋ ਬੁਢਲਾਡਾ ਏਰੀਏ ਦੀਆਂ ਹਲਕੇ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਨੇ ਦੇਖੋ ਮੈਂ ਤਾਂ ਜਿਹੜੀਆਂ ਤਾਂ ਦੇਖੋ ਆ ਗਲੀਆਂ ਨਾਲੀਆਂ ਦੀ ਜਿਹੜੀ ਮੈਂ ਛੋਟੀ ਡਿਸਕਸ ਕਰਾਂ ਇਹ ਤਾਂ ਬਹੁਤ ਜ਼ਿਆਦਾ ਛੋਟੇ ਮੁੱਦੇ ਨੇ ਜਿਵੇਂ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਗਲੀਆਂ ਨਾਲੀਆਂ ਇਹ ਤਾਂ ਪੂਰੇ ਤਾਂ ਇਹ ਵੀ ਨਹੀਂ ਹੋ ਰਹੇ ਇਹ ਤਾਂ ਜਦੋਂ ਕਿ ਸਾਡਾ ਮੈਂ ਕਹਿ ਰਿਹਾ ਨਾ ਕਿ ਤਾਂ ਸਾਡੇ ਫੰਡਾਮੈਂਟਲ ਰਾਈਟਸ ਨੇ ਐਵਰੀ ਗਵਰਨਮੈਂਟ ਹੈਜ਼ ਬੀਨ ਪ੍ਰੋਵਾਈਡਡ ਬਾਈ ਦਾ ਸਟੇਟ ਗਵਰਨਮੈਂਟ ਟੂ ਹਰੇਕ ਵਿਅਕਤੀ ਨੂੰ ਆ ਜਿਹੜਾ ਪਾਣੀ ਹਵਾ ਸਿਹਤ ਸਹੂਲਤਾਂ ਦੇਣੀ ਤਾਂ ਉਹਨਾਂ ਦਾ ਰਾਈਟ ਆ ਇਹ ਸਾਨੂੰ ਕਹਿ ਕੇ ਨਹੀਂ ਮੰਗਣੀਆਂ ਜਾਂ ਅਸੀਂ ਢੰਡੋਰਾ ਨਹੀਂ ਪਿੱਟਣਾ ਜਾਂ ਅਸੀਂ 4.5 ਸਾਲਾਂ ਬਾਅਦ ਇੱਟਾਂ ਟਾਈਲਾਂ ਨਹੀਂ ਸਟਾਉਣੀਆਂ ਹੈਗੀਆਂ ਇਹ ਪਹਿਲੇ ਦਿਨ ਤੋਂ ਕੰਮ ਸ਼ੁਰੂ ਹੋ ਜਾਣਾ ਵੀਰ ਜੀ ਇਸ ਗੱਲ ਇਹ ਚੀਜ਼ਾਂ ਤਾਂ ਇਹ ਛੱਡੋ ਤੁਸੀਂ ਜਦੋਂ ਇਹ ਮੈਂ ਤੁਹਾਨੂੰ ਦੱਸੀ ਜਾਣਾ ਵੀ ਜਦੋਂ ਸਾਡੀ ਇੰਡਸਟਰੀ ਇਸ ਨੂੰ ਬਦਲਾਂਗੇ ਲੋਕਲ ਟੈਕਸ ਇੰਨੇ ਆ ਜਾਣਗੇ ਕਿ ਉਹਨਾਂ ਨੇ ਹਰੇਕ ਮਹੀਨੇ ਤੋਂ ਕੰਮ ਸ਼ੁਰੂ ਕਰਨੇ ਹੁਣ ਕਿਉਂਕਿ ਸਟੇਟ ਸਰਕਾਰਾਂ ਕੀ ਕਰਦੀਆਂ ਨੇ 4.5 ਸਾਲਾਂ ਬਾਅਦ ਖਾਤਿਆਂ 'ਚ ਪੈਸੇ ਪਾਉਂਦੀਆਂ ਨੇ ਤੇ ਉਹ ਵਿਚਾਰੇ ਫਿਰ ਇਸ ਟਾਈਮ ਟਾਈਲਾਂ ਸਟਾ ਕੇ ਸਾਰੀ ਸ਼ਹਿਰ ਨੂੰ ਪੱਟ ਦਿੰਦੇ ਨੇ ਹੁਣ ਤੁਸੀਂ ਦੇਖੋ ਜਿਹੜਾ ਪਿਛਲੇ ਸੀਵਰੇਜ ਪਿਆ ਸੀ ਵਾਟਰ ਹੈ ਸਾਡਾ ਨਹਿਰੀ ਪਾਣੀ ਨਹੀਂ ਸਾਡੇ ਸ਼ਹਿਰ 'ਚ ਆਉਂਦਾ ਉਹਨੂੰ ਲੈ ਕੇ ਆਵਾਂਗੇ ਕਿਉਂਕਿ ਕੈਂਸਰ ਦੇ ਜਿਹੜਾ ਗਰਾਊਂਡ ਕੰਟੈਮੀਨੇਟਡ ਵਾਟਰ ਹੈ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਆਪਣੀ ਕੈਮੀਕਲਸ ਫਰਟੀਲਾਈਜ਼ਰ ਦੇ ਨਾਲ ਉਹ ਮਿਕਸ ਹੋਇਆ ਪਿਆ ਜਾਂ ਕੈਂਸਰ ਹੈ ਉਹਨੂੰ ਰਿਫੋਰਮ ਕਰਾਵਾਂਗੇ ਇੰਡਸਟਰੀ ਲੈ ਕੇ ਆਵਾਂਗੇ ਇਹ ਪਾਰਕ ਬਣਾਵਾਂਗੇ ਹਰੇਕ ਜਿਹੜੇ ਸੈਕਟਰ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਸੈਕਟਰ ਅਸੀਂ ਉਸ ਨੂੰ ਵੀ ਡਿਵੈਲਪ ਕਰਾਂਗੇ ਇੱਥੇ ਕਿਉਂਕਿ ਕਾਰਨ ਕੀ ਹੈ ਜੀ ਦੋ ਇੰਡਸਟਰੀਆਂ ਵੀ ਇੱਥੇ ਆ ਗਈਆਂ ਨਾ ਇੱਥੇ ਉਹਨਾਂ ਦਾ ਟੈਕਸ ਜਿਹੜਾ ਹੈ ਲੋਕਲ ਗਵਰਨਮੈਂਟ ਨੂੰ ਪੈਣਾ ਸ਼ੁਰੂ ਹੋ ਜਾਣਾ ਕਿਉਂਕਿ ਉਹਦੇ ਵਿੱਚ ਨਾ ਜਦੋਂ ਰੈਵਨਿਊ ਹੁੰਦਾ ਜਦੋਂ ਟੈਕਸ ਹੁੰਦੇ ਨੇ ਉਹ ਲੋਕਲ ਗਵਰਨਮੈਂਟ ਨੂੰ ਵੀ ਮਿਲਦੇ ਆ ਲੋਕਲ ਮੀਨਸ ਕਿ MC ਪੰਚਾਇਤਾਂ ਨੂੰ ਤੇ ਉਹਨਾਂ ਦੇ ਕਰੋੜਾਂ ਲੱਖਾਂ 'ਚ ਆਮਦਨ ਹੋ ਜਾਣੀ ਹੈ ਤੇ ਉਹ ਸਫਾਈ ਕਰਮਚਾਰੀ ਵੀ ਰੱਖੇ ਜਾਣੇ ਆ ਉਹਨਾਂ ਦਾ ਜਿਹੜਾ ਹੈ ਸਫਾਈਆਂ ਵਾਲੀਆਂ ਬੈਨਾਂ ਵੀ ਆਉਣਗੀਆਂ ਉਹਨਾਂ ਦੇ ਥਰੂ ਤੇ ਬਾਕੀ ਅਸੀਂ ਵੀ ਸਟੇਟ ਗਵਰਨਮੈਂਟ ਵੀ ਦੇਊਗੀ ਆਪਣੇ ਫੰਡ 'ਚੋਂ ਤੇ ਉਦੋਂ ਆਪਣੇ ਆਪ ਹੀ ਸ਼ੁਰੂ 'ਚ ਹੀ ਤੁਹਾਡੇ ਟਾਈਲਾਂ ਪਾਰਕ ਹੋਰ ਵਧੀਆ ਸਕੂਲ ਚਿਲਡਰਨ ਪਾਰਕ ਹੋਰ ਵੀ ਮਤਲਬ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਮ ਜਿਹੜੇ ਸ਼ਹਿਰ ਨੂੰ ਚਾਹੀਦੀਆਂ ਨੇ
ਮਤਲਬ ਉਹ ਆਪਣੇ ਆਪ ਬਣਨਗੀਆਂ ਜੀ। ਅੱਛਾ, ਤੇ ਹੁਣ ਜਿਹੜੀ ਪਾਰਟੀ ਤੁਸੀਂ ਬਿਲੋਂਗ ਕਰ ਰਹੇ ਹੋ, ਜਿੱਥੋਂ ਤੁਸੀਂ ਟਿਕਟ ਦੀ ਉਮੀਦ ਕਰ ਰਹੇ ਹੋ, ਉਸ ਪਾਰਟੀ 'ਚ ਤੁਹਾਡਾ ਇਤਿਹਾਸ ਕੀ ਹੈ, ਉਹਦੇ ਬਾਰੇ ਦੱਸੋ। ਇਤਿਹਾਸ ਇਤਿਹਾਸ ਦੱਸਣ ਦੀ ਤਾਂ ਕੀ ਜ਼ਰੂਰਤ ਹੈ ਜੀ। ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਬਾਊ ਹਿੱਤ ਪਲਾਸ਼ੀ ਦੀ ਜਿਹੜੀ ਹੈਗੀ ਸੀਗੀ ਟੀਮ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸੀਗੇ ਮਿਊਨਿਸਪਲ ਕਮੇਟੀ ਦੇ ਵਿੱਚ ਇੱਥੇ। ਫਿਰ ਮੇਰੇ ਫਾਦਰ ਸਾਹਿਬ ਨੇ ਵੀ ਇਲੈਕਸ਼ਨ ਲੜੇ ਆ, ਮੇਰੇ ਮਦਰ ਜੀ ਨੇ ਵੀ ਬੀਜੇਪੀ ਕਰਨੀ। ਤੁਹਾਡੇ ਫਾਦਰ ਸਾਹਿਬ ਐਮਸੀ ਰਹੇ ਮੇਰੇ ਖਿਆਲ। ਹਾਂ, ਮੇਰੇ ਫਾਦਰ ਸਾਹਿਬ ਡਿਸਟ੍ਰਿਕਟ ਗ੍ਰੀਵੈਂਸ ਕੋਈ ਜ਼ਿਲ੍ਹਾ ਸ਼ਿਕਾਇਤ ਕਮੇਟੀ ਦੇ ਮੈਂਬਰ, ਮਾਰਕੀਟ ਕਮੇਟੀ ਦੇ ਮੈਂਬਰ, ਵਾਜਪਾਈ ਦੀ ਸਰਕਾਰ ਦੇ ਵਿੱਚ ਟੈਲੀਫੋਨ ਐਡਵਾਈਜ਼ਰੀ ਕਮੇਟੀ ਦੇ ਮੈਂਬਰ, ਜ਼ਿਲ੍ਹਾ ਆਪਣਾ ਜਨਰਲ ਸੈਕਟਰੀ, ਜ਼ਿਲ੍ਹਾ ਵਾਈਸ ਪ੍ਰਧਾਨ ਬੀਜੇਪੀ ਦੇ ਰਹੇ ਨੇ ਮਾਨਸਾ ਜ਼ਿਲ੍ਹੇ ਦੇ। ਤੇ ਸਟੇਟ ਪੰਜਾਬ ਸਟੇਟ ਦੇ ਵਿੱਚ 1990-91 ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਵੀ ਮੈਂਬਰ ਰਹੇ ਨੇ। ਤੇ ਮੇਰੇ ਜਿਹੜੇ ਨਾਨਾ ਜੀ ਨੇ, ਮਰਹੂਮ ਨਾਨਾ ਜੀ ਸ਼ਾਂਤੀ ਸਰੂਪ ਜੀ, ਸਾਬਕਾ ਭਲਾਈ ਅਫਸਰ, ਉਹਨਾਂ ਨੇ ਮਲੋਟ ਹਲਕੇ ਤੋਂ 1990-91 ਦੇ ਵਿੱਚ, ਜਦੋਂ ਅਕਾਲੀ ਦਲ ਨਾਲ ਸਾਡਾ ਅਲਾਈਅੰਸ ਨਹੀਂ ਸੀਗਾ, ਉਦੋਂ ਮਲੋਟ ਹਲਕੇ ਤੋਂ ਜਿਹੜਾ ਸੀ ਬੀਜੇਪੀ ਤੋਂ ਇਲੈਕਸ਼ਨ ਕੰਟੈਸਟ ਕੀਤਾ ਹੋਇਆ ਜੀ। ਤਾਂ ਦੋਸਤੋ ਤੁਸੀਂ ਸੁਣਿਆ ਕਿ ਰਾਕੇਸ਼ ਜੀ ਨੇ ਦੱਸਿਆ ਇਹਨਾਂ ਦਾ ਜੋ ਮੌਜੂਦਾ ਬੀਜੇਪੀ ਪਾਰਟੀ ਵਿੱਚ ਇਤਿਹਾਸ ਕੀ ਰਿਹਾ। ਤਾਂ ਇਹਨਾਂ ਦੇ ਫਾਦਰ ਸਾਹਿਬ ਓਮ ਪ੍ਰਕਾਸ਼ ਪਾਨਵਾੜੀ ਦੇ ਨਾਮ ਤੇ ਉਹਨਾਂ ਨੂੰ ਲੋਕ ਬੁਢਲਾਡੇ ਤੇ ਜਾਣਦੇ ਆ। ਤਾਂ ਬੀਜੇਪੀ ਪਾਰਟੀ ਦੇ ਨਾਲ ਇਹਨਾਂ ਦਾ ਬਹੁਤ ਪੁਰਾਣਾ ਨਾਤਾ, ਜੇ ਕਹਿ ਸਕਦੇ ਬਚਪਨ ਤੋਂ ਹੀ ਤੁਸੀਂ ਤਾਂ ਮੇਰੇ ਖਿਆਲ 'ਚ ਬੀਜੇਪੀ ਦੇ ਨਾਲ ਹੀ ਤੁਸੀਂ ਜੁੜੇ ਹੋਏ ਹੋ। ਤਾਂ ਦੋਸਤੋ ਰਾਕੇਸ਼ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿ ਬੀਜੇਪੀ ਦੀ ਪ੍ਰਤੀਨਿਧਤਾ ਕੀਤੀ ਔਰ ਇਹ ਉਮੀਦ ਕਰ ਰਹੇ ਨੇ ਕਿ ਬੀਜੇਪੀ ਵੱਲੋਂ ਇਹਨਾਂ ਨੂੰ ਬੁਢਲਾਡਾ ਹਲਕੇ ਵੱਲੋਂ ਉਮੀਦਵਾਰ ਜਿਹੜਾ ਉਹਦੀ ਟਿਕਟ ਮਿਲਣ ਦੀ ਸੰਭਾਵਨਾ ਹੈਗੀ ਹੈ। ਤਾਂ ਇਹਨਾਂ ਨੇ ਸਾਰੀਆਂ ਗੱਲਾਂ ਪਤਾ ਖੁੱਲ੍ਹ ਕੇ ਦੱਸੀਆਂ। ਇਹਨਾਂ ਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੀ ਪਾਰਟੀ ਕਿਸਾਨੀ ਅੰਦੋਲਨ ਨੂੰ ਵੀ ਵੋਟਾਂ ਤੋਂ ਪਹਿਲਾਂ ਹੱਲ ਕਰ ਦੇਗੀ, ਕਿਸਾਨ ਵੀਰਾਂ ਨੂੰ ਖੁਸ਼ ਕਰ ਦੇਗੀ ਤੇ ਕਿਸਾਨ ਵੀਰ ਵੀ ਇਹਨਾਂ ਦਾ ਸਮਰਥਨ ਕਰਨਗੇ। ਤੇ ਇਸ ਉਮੀਦ ਦੇ ਨਾਲ ਇਹ ਆਪਣੀ ਵੀ ਦਾਅਵੇਦਾਰੀ ਪੇਸ਼ ਕਰ ਰਹੇ ਨੇ ਤੇ ਆਪਣੀ ਪਾਰਟੀ ਵੱਲੋਂ ਵੀ ਪੂਰੇ ਇਹਨਾਂ ਨੂੰ ਉਮੀਦ ਹੈ ਕਿ ਇਹਨਾਂ ਦੀ ਪਾਰਟੀ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸਰਕਾਰ ਬਣਾ ਸਕਦੀ ਹੈ। ਤਾਂ ਰਾਕੇਸ਼ ਜੀ, ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਸ਼ੁਕਰੀਆ। ਗੱਲਬਾਤਾਂ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਧੰਨਵਾਦ ਹਰਦੇਵ ਜੀ। ਤੇ ਇਹੀ ਮੰਗਲ ਕਾਮਨਾ ਕਰਦਾ ਤੁਹਾਡਾ ਸਟੂਡੀਓ ਵਧੇ ਫੁੱਲੇ ਤੇ ਤੁਸੀਂ ਲੋਕਲ ਮੁੱਦਿਆਂ ਨੂੰ ਜਿਹੜਾ ਹੈਗਾ ਉਹ ਦੱਸੋ, ਪਤਾ ਲੱਗੇ, ਚੰਗੇ ਬੰਦੇ ਜਿਹੜਾ ਹੈ ਉਹ ਰਾਜਨੀਤੀ ਦੇ ਵਿੱਚ ਆਉਣ, ਚੰਗੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਮਤਲਬ ਸਰਕਾਰਾਂ ਬਣਾਉਣ। ਇਹ ਤੁਹਾਡਾ ਜਿਹੜਾ ਹੈ ਮੂਲ ਉਦੇਸ਼ ਹੋਊਗਾ। ਤੇ ਅਗਰ ਇਹ ਚੀਜ਼ਾਂ ਹੋਣਗੀਆਂ ਤੇ ਲੋਕ ਪ੍ਰਤੀਨਿਧਤਾ ਕਰਨਗੇ। ਤੇ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਲਾਸਟ 'ਚ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਕਿ ਵੀ ਸਾਡਾ ਜਿਹੜਾ ਇਲੈਕਸ਼ਨਾਂ ਦੇ ਵਿੱਚ ਪੈਸਾ ਲੱਗਣਾ, ਉਹ ਵੀ ਦੇਖੋ ਹੁਣ ਜੇਕਰ ਤੁਹਾਡੇ ਕੋਲੇ ਕੋਈ ਇਹ ਨਹੀਂ ਕਿ ਵੀ ਹੈਲੀਕਾਪਟਰਾਂ ਤੇ ਆਉਣ ਵਾਲੇ ਬੰਦਿਆਂ ਕੋਲੇ ਜ਼ਿਆਦਾ ਪਾਵਰ ਹੈ ਤੇ ਇੱਕ ਨਾਰਮਲ ਬੰਦਾ ਜੇ ਤੁਹਾਡੇ ਕੋਲ ਆਉਂਦਾ, ਇਹ ਗੱਲਾਂ ਹੁਣ ਖਤਮ ਹੋ ਗਈਆਂ। ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਰਹੀਆਂ ਵੀ ਠੀਕ ਆ। ਉਹਨਾਂ ਨੇ 2 ਨੰਬਰ ਦਾ ਰੁਪਇਆ ਜ਼ਿਆਦਾ ਇਕੱਠਾ ਕੀਤਾ, ਉਹਨਾਂ ਨੇ ਫਲੈਕਸਾਂ ਵੀ ਜ਼ਿਆਦਾ ਲਾਈਆਂ ਹੋਈਆਂ ਨੇ, ਉਹਨਾਂ ਨੇ ਪ੍ਰਚਾਰ ਵੀ ਪਹਿਲਾਂ ਕਰਤਾ, ਇਲੈਕਟ੍ਰੋਨਿਕ ਮੀਡੀਆ ਤੇ ਵੀ ਪੈਸੇ ਖਰਚ ਕਰਤੇ, ਉਹਨਾਂ ਨੇ ਕੰਪਨੀਆਂ ਵੀ ਹਾਇਰ ਕਰ ਲਈਆਂ। ਤੇ ਅਸੀਂ ਵਾਅਦਾ ਕਰਦੇ ਹਾਂ ਇੱਕ ਸਾਫ਼ ਸੁਥਰਾ ਗੁੱਡ ਗਵਰਨੈਂਸ ਤੇ ਵਧੀਆ ਇਨਫਰਾਸਟਰਕਚਰ ਤੇ ਵਧੀਆ ਲੋਕਾਂ ਦੀ ਅਨਇੰਪਲੋਇਮੈਂਟ ਨੂੰ ਘਟਾਵਾਂਗੇ। ਜਿਹੜਾ 4.73% ਕਹਿ ਰੱਖਿਆ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਮੁਲਾਜ਼ਮਾਂ ਦਾ ਵੀ, ਬੀਬੀਰਾਂ ਦਾ ਜਿਹੜਾ ਹੈਗਾ ਉਹ ਅਜੇ ਤੱਕ ਪੇ ਕਮਿਸ਼ਨ ਨਹੀਂ ਦਿੱਤਾ ਗਿਆ। ਤੇ 21 ਤਾਂ ਹੋ ਗਈ, 26 'ਚ ਫੇਰ ਮਿਲ ਜਾਣਾ। ਅਸੀਂ ਕਹਿੰਦੇ ਜੇ ਅਸੀਂ ਆਉਂਦੇ ਹਾਂ ਤਾਂ ਅਸੀਂ, ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 26 ਦੇ ਵਿੱਚ ਹੀ ਪੂਰੇ ਟਾਈਮ 'ਤੇ ਇਹਨਾਂ ਨੂੰ ਪੇ ਕਮਿਸ਼ਨ ਦੇਵਾਂਗੇ। ਮਤਲਬ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਨੇ, ਇਹ ਦੱਸਣ ਵਾਲੀਆਂ ਨਹੀਂ ਹੁੰਦੀਆਂ ਹੈਗੀਆਂ। ਇਹ ਸਹੀ ਟਾਈਮ ਤੇ ਸਹੀ ਵਕਤ ਕੀਤੀਆਂ ਜਾਣਗੀਆਂ ਜੀ। ਬਹੁਤ ਬਹੁਤ ਧੰਨਵਾਦ ਜੀ। ਵੱਡੇ ਦਾਅਵੇ ਨੇ, ਵੱਡੇ ਵਾਅਦੇ ਨੇ ਜੋ ਸਾਰੀਆਂ ਪਾਰਟੀਆਂ ਕਰਦੀਆਂ, ਇਹ ਵੀ ਕਰ ਰਹੇ ਨੇ। ਹੁਣ ਦੇਖਣਾ ਪਏਗਾ ਕਿ ਇਹਨਾਂ ਦੀ ਪਾਰਟੀ ਨੂੰ ਜਾਂ ਇਹਨਾਂ ਨੂੰ ਕਿਸ ਹੱਦ ਤੱਕ ਲੋਕ ਪਸੰਦ ਕਰਦੇ ਨੇ ਜਾਂ ਕਿਸ ਹੱਦ ਤੱਕ ਲੋਕ ਇਹਨਾਂ ਦੇ ਨਾਲ ਜੁੜਦੇ ਨੇ। ਤਾਂ ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਫਿਲਹਾਲ ਤੁਹਾਡਾ ਸਾਡੇ ਨਾਲ ਜੁੜਨ ਲਈ ਰਾਕੇਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ ਹਰਦੇਵ ਜੀ, ਬਹੁਤ ਬਹੁਤ ਧੰਨਵਾਦ।